ਅਸੀਂ ਚੰਡੀਗੜ੍ਹ ਆਏ, ਚੰਡੀਗੜ੍ਹ 'ਚ ਕੁਛ ਵੀ ਨਹੀਂ ਸੀ, ਐਬਸੋਲੂਟਲੀ ਇਟ ਵਾਜ਼ ਸਰਾਊਂਡਡ ਬਾਏ ਵਿਲੇजेस। ਸਾਰੀਆਂ ਕੁੜੀਆਂ ਦਾ ਇਹ ਸੀ ਕਿ ਬਈ we have to remain pure. They would not indulge with boys or talk to them or make friends, no. ਸਭ ਤੋਂ ਪਹਿਲੀ ਹੁੰਦੀ ਸੀ ਕਿ we have to remain pure to get married. ਡਰਾਮਾ ਮੈਨੂੰ ਕੁਛ ਪਤਾ ਨਹੀਂ, ਮੈਂ ਕਦੇ ਡਰਾਮਾ ਨਹੀਂ ਕੀਤਾ, ਕਦੇ ਐਕਟ ਨਹੀਂ ਕੀਤਾ, but I had no stage fright because I have been singing. When you are young, you already imagine what is love, and I used to imagine there would be somebody like, and I had the idea also how we would be looking, but I never came across anybody like him in my life. Now I believe that the world of theatre is so wonderful, I was absolutely pessimistic about life. I wanted to die. I wanted to leave everything. ਤਾਂਗ ਬੁੱਢੇ ਹੋ ਕੇ ਵੀ ਹੈ, ਇਹਦੇ 'ਚ ਕੀ ਹੈ? ਤਾਂਗ ਦੀ ਇਹ ਮਤਲਬ ਨਹੀਂ ਹੈ ਕਿ ਵੀ ਕੋਈ ਫਿਜ਼ੀਕਲ ਤਾਂਗ ਹੁੰਦੀ ਹੈ। He would kick me, he would hit me, he would abuse me. He the worst person ever seen in my life. I've never seen anybody like my husband again. Nowadays I know the girls are smarter. They are smart, and then they can indulge in anything and then get away with it, and then remain very, very dominant in their life with everybody around. ਰਾਣੀ ਬਲਬੀਰ ਕੌਰ ਚੰਡੀਗੜ੍ਹ ਦੇ ਰੰਗਮੰਚ ਦਾ ਇੱਕ ਮੰਨਿਆ ਪਰਮੰਨਿਆ ਤੇ ਮਨਮੋਹਕ ਚਿਹਰਾ। ਇਹ 3 ਵਾਰ ਪੰਜਾਬ ਯੂਨੀਵਰਸਿਟੀ ਦੇ ਥੀਏਟਰ ਡਿਪਾਰਟਮੈਂਟ ਦੇ ਚੇਅਰਪਰਸਨ ਰਹਿ ਚੁੱਕੇ ਨੇ, ਥੀਏਟਰ ਡਾਇਰੈਕਟਰ ਨੇ, ਅਦਾਕਾਰ, ਫਿਲਮਕਾਰ ਤੇ ਕਥਾਵਾਚਕ ਵੀ ਨੇ। ਪਰ ਇਹਨਾਂ ਦੀ ਕਹਾਣੀ ਸਿਰਫ ਇਹਨਾਂ ਪੱਖੋਂ ਖਾਸ ਨਹੀਂ। ਇਹਨਾਂ ਦੀ ਜ਼ਿੰਦਗੀ, ਜਿਹਦੇ 'ਚ ਉਤਾਰ ਚੜਾਵ ਦਾ ਕੁਝ ਐਸਾ ਨਕਸ਼ਾ ਹੈ ਕਿ ਵੇਖਣ ਵਾਲਾ ਵੀ ਫਿਕਰਾਂ ਨਾਲ ਸੁੰਨ ਹੋ ਜਾਵੇ, ਆਪਣੇ ਆਪ 'ਚ ਇੱਕ ਬੁਲੰਦ ਤੇ ਪ੍ਰੇਰਨਾ ਭਰਿਆ ਸੱਚ ਹੈ। ਇਹ ਇੰਨੇ ਤੂਫਾਨਾਂ ਨੂੰ ਸਮੇਟ ਕੇ ਵੀ ਇੰਨੇ ਸਹਿਜ ਕਿਵੇਂ ਸਫ਼ਰ ਕਰ ਲੈਂਦੇ ਨੇ? ਆਓ ਇਹਨਾਂ ਤੋਂ ਹੀ ਜਾਣੀਏ ਕਹੀ ਅਣਕਹੀ ਦੀ ਇਸ ਮੁਲਾਕਾਤ ਵਿੱਚ। ਕਹੀ ਅਣਕਹੀ 'ਚ ਤੁਹਾਡਾ ਨਿੱਘਾ ਸਵਾਗਤ ਹੈ। ਇੱਥੇ ਕੋਸ਼ਿਸ਼ ਹੈ ਕਿ ਗੱਲਬਾਤ ਹੋਵੇ ਜ਼ਿੰਦਗੀ ਬਾਰੇ, ਉਹਦੇ ਸਬਕਾਂ ਬਾਰੇ ਤੇ ਆਪਣੀ ਅੰਦਰਲੀ ਤੇ ਬਾਹਰਲੀ ਦੁਨੀਆ ਨੂੰ ਨਿਖਾਰਨ ਬਾਰੇ। ਤੇ ਹਾਂ, ਤੁਹਾਡੀ ਸੋਚ ਤੇ ਤੁਹਾਡੇ ਸੁਝਾਅ ਸਿਰ ਮੱਥੇ ਤੇ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਤੁਹਾਡਾ ਕਹੀ ਅਣਕਹੀ 'ਚ ਬਹੁਤ ਬਹੁਤ ਸਵਾਗਤ ਹੈ। Such a pleasure to be here with you. We go, I think 20-25 years back. Yes, right. ਮਤਲਬ ਅਸੀਂ ਇੰਨੇ ਸਾਲਾਂ ਤੋਂ ਮੈਂ ਤੁਹਾਨੂੰ ਜਾਣਦੀ ਹਾਂ। ਜਦੋਂ ਮੈਂ ਕਰੀਅਰ ਸ਼ੁਰੂ ਕੀਤਾ ਸੀ ਆਪਣਾ ਐਜ਼ ਅ ਜਰਨਲਿਸਟ, ਮੈਂ ਉਦੋਂ ਤੋਂ ਤੁਹਾਨੂੰ ਦੇਖਦੀ ਆ ਰਹੀ ਹਾਂ। ਬਿਲਕੁਲ। ਮੈਂ ਤੁਹਾਨੂੰ ਜ਼ਿੰਦਗੀ ਦੇ ਸ਼ਾਇਦ ਹਮੇਸ਼ਾ ਤਾਂ ਨਹੀਂ, ਪਰ ਬਦਲਦੇ ਮੌਸਮਾਂ 'ਚ ਦੇਖਿਆ ਹੈ। ਸੋ ਮੈਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਆਪਣੇ ਆਪ 'ਚ ਇੱਕ ਬਹੁਤ ਦਿਲਚਸਪ ਕਹਾਣੀ ਹੈ। ਅਪਸ ਐਂਡ ਡਾਊਨਸ ਬਹੁਤ ਦੇਖਿਆ ਤੁਸੀਂ। ਮੇਰੇ ਖਿਆਲ ਨਾਲ ਸਾਡੇ ਦਰਸ਼ਕਾਂ ਨੂੰ ਤੁਹਾਡੇ ਤੋਂ, ਤੁਹਾਡੀ ਗੱਲਬਾਤ ਤੋਂ, ਤੁਹਾਡੀ ਜ਼ਿੰਦਗੀ ਦੀ ਜੋ ਸਫ਼ਰ ਹੈ ਤੁਹਾਡੀ ਜ਼ਿੰਦਗੀ ਦਾ, ਉਹਦੇ ਬਾਰੇ ਸੁਣ ਕੇ ਬਹੁਤ ਕੁਝ ਸਮਝਣ ਨੂੰ, ਸਿੱਖਣ ਨੂੰ ਮਿਲੇਗਾ। ਸੋ ਇਹੀ ਸਾਡਾ ਮਕਸਦ ਹੈ ਇਸ ਸ਼ੋਅ ਦਾ, ਕਿ ਅਸੀਂ ਕੋਈ ਇਹੋ ਜਿਹੀ ਗੱਲਬਾਤ ਕਰ ਸਕੀਏ ਕੰਮ ਤੋਂ ਇਲਾਵਾ, ਜ਼ਿੰਦਗੀ ਬਾਰੇ, ਉਹਦੇ ਸਬਕਾਂ ਬਾਰੇ, ਕਿ ਅਸੀਂ ਲੋਕਾਂ ਨੂੰ ਇੰਸਪਾਇਰ ਕਰ ਸਕੀਏ। ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਸ਼ੁਰੂਆਤ ਤੋਂ ਸ਼ੁਰੂ ਕਰਦੀ ਹਾਂ। ਤੁਸੀਂ ਲਾਹੌਰ 'ਚ ਪੈਦਾ ਹੋਏ, ਤੁਹਾਡਾ ਜਨਮ ਹੋਇਆ। ਹਾਂਜੀ। 1942 ਵਿੱਚ। ਹਾਂਜੀ। ਐਂਡ ਉਸ ਤੋਂ ਬਾਅਦ ਮੈਨੂੰ ਇਹ ਪਤਾ ਕਿ ਤੁਸੀਂ 10 ਸਾਲ ਦੀ ਉਮਰ 'ਚ, ਜਦੋਂ 1952 ਵਿੱਚ, ਜਦੋਂ ਹਲੇ ਚੰਡੀਗੜ੍ਹ ਦਾ ਜਨਮ ਹੋ ਰਿਹਾ ਸੀ, ਤੁਸੀਂ ਇਸ ਸ਼ਹਿਰ 'ਚ ਆ ਕੇ ਵੱਸ ਗਏ ਸੀ। ਤੁਹਾਡੇ ਪਾਪਾ ਬਿਲਡਰ ਸੀ। ਰਾਈਟ। ਪਹਿਲਾਂ ਤਾਂ ਇਹੀ ਦੱਸੋ ਕਿ ਜਿਹੜੇ ਉਹ ਪਹਿਲੇ 10 ਸਾਲ ਸੀ, ਪਾਰਟੀਸ਼ਨ ਦਾ ਵਕਤ ਗੁਜ਼ਰਿਆ ਵਿੱਚੋਂ ਦੀ ਲਾਹੌਰ, ਕੋਈ ਯਾਦਾਂ ਹੈ ਤੁਹਾਡੀਆਂ ਹਜੇ? ਹਾਂਜੀ। ਪਹਿਲੀ ਗੱਲ ਤੇ ਨਾ 1942 ਮੇਰੀ ਰਜਿਸਟਰਡ ਹੈਗੀ ਆ ਏਜ। ਅੱਛਾ। ਯੂਨੀਵਰਸਿਟੀ 'ਚ, ਪਰ ਮੇਰੀ ਮਾਂ ਹਮੇਸ਼ਾ ਕਹਿੰਦੀ ਸੀ ਕਿ 43 ਚੋਇਸ ਹੈ। ਅੱਛਾ। ਕਿਉਂਕਿ ਕਹਿੰਦੀ ਕਿ ਮੈਂ ਆਈ ਵਾਜ਼ ਆਲਵੇਜ਼ ਬਿਗ ਫॉर ਮਾਈ ਏਜ, ਅਤੇ ਮੈਨੂੰ ਮੇਰੀ ਸਕੂਲਿੰਗ ਨਹੀਂ ਹੋਈ ਕਦੇ, ਬਿਕੋਜ਼
when I was 7-8 years old we came to Chandigarh. There was no school here. और ਜਦੋਂ ਸਕੂਲ ਬਣਿਆ ਤੇ ਉੱਥੇ ਮੈਨੂੰ ਦਾਖਲ ਕਰਾਉਣ ਗਏ ਤੇ ਮੇਰੀ ਮਾਂ ਨੇ ਕਿਹਾ 9 ਸਾਲ ਦੀ ਹੈ। ਉਹਨੇ ਕਿਹਾ ਨਹੀਂ ਜੀ ਕਮ ਸੇ ਕਮ 10 ਸਾਲ ਦੀ ਲੱਗਦੀ। ਕਹਿੰਦੇ ਅੱਛਾ 10 ਲਿਖ ਲਓ। ਤੇ ਉਹ ਇਸ ਤਰੀਕੇ ਨਾਲ ਮੇਰੇ ਮਦਰ ਕਹਿੰਦੇ ਹੁੰਦੇ ਸਨ ਕਿ ਪਰ ਆਈ ਡੋਂਟ ਨੋ ਇਟਸ ਮਾਈ ਥਿੰਗ। ਸੋ I too have some memories of Lahore, but that I was a crybaby. I used to cry a lot. I don't know why. I used to love to cry. And photographs ਵੀ ਨੇ ਲਾਹੌਰ ਦੀਆਂ ਜਿਹੜੀਆਂ ਪੁਰਾਣੀਆਂ ਤੇ ਉਹਦੇ ਵਿੱਚ ਮੈਂ ਰੋਂਦੀ ਪਈ ਹਾਂ। ਸਾਰਾ ਇੱਕ ਗਰੁੱਪ ਬੈਠਾ ਹੋਇਆ, ਮੈਨੂੰ ਸੈਂਟਰ ਵਿੱਚ ਬਿਠਾਇਆ, ਮੈਂ ਵੀ ਰੋਂਦੀ ਪਈ ਹਾਂ। ਸੋ ਰੋਂਦੜ ਸਾਰੇ ਮੈਨੂੰ ਕਹਿੰਦੇ ਹੁੰਦੇ ਸੀ। और मैं अपनी है ना जो जो ग्रो किया डायरी जी लिखनी वो लिखनी जो भी इस तरह के कोट्स लिखने कि जिहदे च दुख की गल होए है ना, तो इस तरह का सी मेरा सुभाव। सो वो 10 साल जिहड़े असी चंडीगढ़ आए, चंडीगढ़ च कुछ भी नहीं सी, एब्सोल्यूटली यू नो इट वाज सराउंडेड बाय विलेजेस एंड पिंडां दे लोग सन। और ਜਦੋਂ ਅੰਬਾਲੇ ਜਾਈਦਾ ਸੀ ਤੇ ਕਹੀਦਾ ਸੀ ਸ਼ੁਕਰ ਹੈ ਸ਼ਹਿਰ ਨਜ਼ਰ ਆਇਆ। ਔਰ ਸਬਜ਼ੀ ਵਗੈਰਾ ਵੀ ਸਭ ਕੁਛ ਅੰਬਾਲੇ ਤੋਂ ਆਉਂਦੇ ਸੀ। ਕੱਚੇ ਘਰ ਬਣਾ ਕੇ ਰਹੇ ਸਾਂ ਸ਼ੁਰੂ ਦੇ ਵਿੱਚ। ਫਿਰ ਪਹਿਲੇ ਜਿਹੜੇ ਘਰ 22 ਸੈਕਟਰ 'ਚ ਬਣੇ ਨੇ ਮੇਰੇ ਫਾਦਰ ਨੇ ਬਣਾਏ ਸਨ, ਉਹ ਬਣਿਆ ਤੇ ਫਿਰ ਅਸੀਂ ਉੱਥੇ ਸ਼ਿਫਟ ਕਰ ਗਏ ਸੀ। ਸੋ 10 years were traumatic in the sense I was just wandering around ਖੇਤਾਂ ਦੇ ਵਿੱਚ ਗਾਣੇ ਗਾਉਂਦੀ ਰਹਿੰਦੀ ਸਾਂ, ਫਿਰਦੀ ਰਹਿੰਦੀ ਸਾਂ, ਕੁਛ ਨਹੀਂ ਸੀ। ਮੱਛਰ ਬੜੇ ਸਨ, ਸੱਪ ਸਨ ਬਹੁਤ, रोज़ लड़ते सन। अच्छा। और हाँ जी, मैं और मेरा छोटा भरा असी आ गए सन चंडीगढ़। बाकी मेरे 3 ब्रदर्स पिछे दिल्ली साडा घर सी पूसा रोड ते, उत्थे रहे कल्ले, उत्थे अपना पढ़ते रहे। जो इत्थे स्कूल कॉलेज बन गए फिर वो आए सन इत्थे। सो 10 साल were like a little girl, you know, loitering around in the fields and vagabond जी। मेरी तस्वीरें भी हैं, वाल खुले हुए तो बस उस तरह घूम रही हैं। So I missed my schooling when I was in 8th class. So they said कि she is a little weak and let her repeat the class. तो मैं घर आके रोन लग गई, नहीं मैं नहीं रिपीट करनी। उन्हें कहते ठीक है तू मैट्रिकुलेशन कर ले। सो मैं सीधा मैट्रिकुलेशन 8th तो जंप करके मैट्रिकुलेशन कर ली और फिर कॉलेज आ गई। So I was very young when I graduated, much younger than my other class fellows. कितने साल दे हो गए उस टाइम? मैं 13 साल ਦੀ शायद ਮੇਰੇ ਖਿਆਲ ਮੈਂ ਕਰ ਲਈ ਸੀ। अच्छा, ग्रेजुएशन ग्रेजुएट ਮੈਨੂੰ ਹੁਣ ਥੋੜਾ ਕੈਲਕੂਲੇਟ ਕਰਨਾ ਪਏਗਾ। ਇੱਕ ਦਿਨ ਮੈਂ ਪਹਿਲੇ ਕੀਤਾ ਸੀ, but I was younger than, generally I was younger than my class fellows. I did my masters also in Government College for Women. Government College for Women was the only institution, the first institution that I attended regularly as a student. ਉਸ ਤੋਂ ਪਹਿਲੇ ਕੋਈ ਸਕੂਲ ਨਹੀਂ। ਸਕੂਲ ਗਵਰਨਮੈਂਟ ਸਕੂਲ ਸੀ, ਥੋੜ੍ਹੇ ਦਿਨ ਉੱਥੇ ਰਹੀ ਹਾਂ। ਬਾਕੀ ਇੱਕ ਇਨਸੀਡੈਂਟ ਵੀ ਸੀ ਨਾ ਜਦੋਂ ਲక్ష్ਮੀ ਪੰਡਿਤ ਨੇ ਤੁਹਾਨੂੰ ਜਦੋਂ ਫਾਊਂਡੇਸ਼ਨ ਸਟੋਨ ਰੱਖਣ ਲਈ ਆਏ ਲੇਡੀ ਮਾਊਂਟ ਪੈਟਰਸਨ ਐਂਡ ਵਿਜੇ ਲక్ష్ਮੀ ਪੰਡਿਤ ਜਿਹੜੇ ਜਵਾਹਰ ਲਾਲ ਨਹਿਰੂ ਜੀ ਦੇ ਸਿਸਟਰ ਸਨ। Jawaharlal Nehru ji, he was such a adorable person. He would come to everybody. ਹਰੇਕ ਨੂੰ ਆਉਂਦੇ ਸੀ, ਪਿਆਰ ਨਾਲ ਦੇਖਦੇ ਸੀ, ਕੇਅਰਸ ਕਰਕੇ ਜਾਂਦੇ ਸੀ। ਤੁਸੀਂ ਮਿਲੇ ਉਹਨਾਂ ਨੂੰ ਬਹੁਤ? ਹਾਂ ਮਿਲੀ ਹਾਂ, ਮੈਂ ਕਈ ਵਾਰੀ ਮਿਲੀ ਹਾਂ, ਉਦੋਂ ਵੀ ਮਿਲੀ ਹਾਂ, ਉਸ ਤੋਂ ਬਾਅਦ ਵੀ ਕਈ ਵਾਰੀ ਮਿਲੀ ਹਾਂ। ਐਂਡ ਹੀ ਵਾਜ਼ ਸੱਚ ਏ ਲਵੇਬਲ ਪਰਸਨੈਲਿਟੀ। ਐਂਡ ਵਿਜੇ ਲక్ష్ਮੀ ਪੰਡਿਤ ਨੇ ਮੈਨੂੰ ਚੁੱਕ ਕੇ ਗੋਦੀ 'ਚ ਬਿਠਾ ਲਿਆ। ਅੱਛਾ। ਐਂਡ ਤੇ ਮੈਨੂੰ ਕਹਿੰਦੇ ਕਿ ਤੂੰ ਕਿੱਥੇ ਪੜ੍ਹਦੀ ਹੈ? ਮੈਂ ਕਿਹਾ ਤੇ ਕੋਈ ਸਕੂਲ ਨਹੀਂ, ਮੈਂ ਤਾਂ ਟਿਊਸ਼ਨ ਪੜ੍ਹਦੀ ਹਾਂ। बड़ी हैरान हुई कि भी they have made such sacrifices to be here, build the city, you know, इस करके। So that was I don't so vividly remember, but I remember that happened. Yeah। और ਮੈਨੂੰ ਇਹ ਕਹਿ ਰਹੀ ਸੀ ਜਿਹੜਾ ਕਾਰਬੂਜ਼ੀਅਰ ਸੈਂਟਰ ਹੈ ਕਿ ਤੁਸੀਂ ਕਦੀ ਆਓ, ਪੁਰਾਣੀਆਂ ਤਸਵੀਰਾਂ ਹੈਗੀਆਂ ਨੇ ਉਹਨਾਂ 'ਚੋਂ ਸ਼ਾਇਦ ਨਿਕਲ ਵੀ ਆਏ ਤੁਸੀਂ। ਸੱਚ, ਤੁਸੀਂ ਕਿਤੇ ਦਿਖ ਰਹੇ ਹੋ ਉੱਥੇ। ਹਾਂ ਜੀ। ਅੱਛਾ ਮੈਮ, ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਵਧੀਏ, ਤੁਸੀਂ ਇੰਨੇ 1950s 60s 70s 80s ਜਿਹੜੀ ਅੱਜ ਦੀ ਜਨਰੇਸ਼ਨ ਹੈ ਉਹਨਾਂ ਵਾਸਤੇ ਤਾਂ ਖੈਰ ਡਿਫਰੈਂਟ ਸੈਂਚੁਰੀ ਹੈ, ਬਿਲਕੁਲ ਹੀ ਅਲੱਗ ਵਕਤ ਹੈ। ਸਭ ਤੋਂ ਅਹਿਮ ਸਵਾਲ
ਮੈਨੂੰ ਲੱਗਦਾ ਕਿ ਅੱਜ ਤੁਸੀਂ ਜਿਵੇਂ ਯੂ ਆਰ ਐਟ ਦਿਸ ਏਜ, ਇਹਨਾਂ ਸਾਰਿਆਂ ਸਾਲਾਂ 'ਚ ਜ਼ਿੰਦਗੀ, ਇਨਸਾਨੀਅਤ, ਇਨਸਾਨ, ਰਿਸ਼ਤੇ, ਰਿਸ਼ਤੇਦਾਰੀਆਂ, ਸਾਡੇ ਐਥਿਕਸ, ਸਾਡੀ ਕਿੰਨੀਆਂ ਚੀਜ਼ਾਂ 'ਚ ਬਦਲਾਵ ਆਇਆ ਹੈ। ਤੁਸੀਂ ਉਸ ਵਕਤ ਦੀ ਜਿਹੜੀ ਮਾਸੂਮੀਅਤ ਹੈ, ਉਸ ਵਕਤ ਦੀ ਜਿਹੜੀ ਇੱਕ ਸਹਿਜਤਾ ਔਰ ਇੱਕ ਸਰਲਤਾ ਹੈ, ਇੱਕ ਸਿੰਪਲਿਸਿਟੀ ਹੈ, ਉਸ ਵਕਤ ਦੀ ਕਿਹੜੀਆਂ ਚੀਜ਼ਾਂ ਹੈ ਜਿਹੜੀਆਂ ਤੁਸੀਂ ਅੱਜ ਇਸ ਉਮਰ 'ਚ ਬਹੁਤ ਮਿਸ ਕਰਦੇ ਹੋ, ਤੇ ਕਿਹੜੀਆਂ ਚੀਜ਼ਾਂ ਤੁਹਾਨੂੰ ਲੱਗਦੀਆਂ ਕਿ ਚੰਗੇ ਲਈ ਬਦਲੀਆਂ ਨੇ? When I was a young girl, you know, the girls who were like me, you know, ਸਾਰੀਆਂ ਕੁੜੀਆਂ ਦਾ ਇਹ ਸੀ ਕਿ ਬਈ we have to remain pure. You know, they would not indulge with boys or talk to them or make friends, no. ਸਭ ਤੋਂ ਪਹਿਲੀ ਹੁੰਦੀ ਸੀ ਕਿ we have to remain pure to get married. And ਮੇਰੇ ਮਨ ਵਿੱਚ ਸੀ ਕਿ my husband will be so proud of me that I'm so pure. And not only, you know, physically, but mentally. And you have such rosy, such dreamy ideas about, you know, life. I was very pampered. I was the only daughter with 4 brothers. So 4 brothers were around. Everybody knew कि भी है उन्हें दी पहन है. Nobody dared, you know. Look at you. And tease me or, you know, misbehave with me. एक बारी दिवाली ਦਾ ਸਮਾਂ ਸੀ, दिवाली ਦਾ ਦਿਨ ਸੀ, and we went to sector 22. ਬੜੀ ਭੀੜ ਸੀ ਤੇ ਇੱਕ ਮੁੰਡਾ ਸੀ, ਉਹਨੇ ਮੇਰੇ ਤੇ ਕੋਈ ਰਿਮਾਰਕ ਪਾਸ ਕਰ ਦਿੱਤਾ ਕਿ ਪਤਾ ਨਹੀਂ as pretty as picture ਕੁਛ ਇਸ ਤਰ੍ਹਾਂ ਨਹੀਂ। ਉਹ ਮੇਰੇ ਬ੍ਰਦਰ ਪਿੱਛੇ ਸੀ, ਹਰਕ੍ਰਿਸ਼ਨ ਹੋਏ ਪਿੱਛੇ ਰਹਿੰਦਾ, ਉਹ ਕਹਿੰਦਾ ਹਰਕ੍ਰਿਸ਼ਨ ਮੈਨੂੰ ਨਹੀਂ ਸੀ ਪਤਾ ਤੇਰੀ ਸਿਸਟਰ ਹੈ। So I was very protected, and but life had something else in store for me. They went waste. All my ideas of purity, virginity, and you know, they went totally shattered. And my life took a turn after marriage. So marriage was quite early. I think I was 21 years old, and I had 2 children by the time I was 23. When I joined the Department of Indian Theatre, I was 26, 27, I suppose. But nobody believed that I had 2 children and I was married. So nowadays, you know, I remember the kind of girls we used to be. Now we feel as if we were fools. Achha. Nowadays, I know the girls are smarter. They are smart, and then they can indulge in anything and then get away with it, and then remain very, very dominant in their life with everybody around. And they create a space for themselves. They know how to you know, push for their rights, and they are much smarter, much stronger, much robust than us. We were like fools, you know. We were so naive, innocent fools, which have got no value. No Achha. value, no Tanu value aisa at lagda? all. In my case, nobody appreciated that. I never got any appreciation for that. And rather, my family used to mock at me that इतना पढ़ाया खिलाया तैनू ते तू ते ओदियां जुत्तियां खांदी रहनी है, मारा खानी है ते की फायदा दा? And I didn't know. I had no idea about any other idea to be in a marriage, you know. अच्छा, मतलब थोड़ी मैरिज अब्यूजिव सी फिजिकली? Physically Emotionally? abused very much. पहले दिन तो? पहले दिन डोली करनी गई सी, डोली अशोका होटल विच गई सी, और उत्थे the first dialogue my husband delivered, he was that I'm going to leave you back, and you people have given a very little dowry, and Oh God. ਤੁਸੀਂ ਐਡਾ ਵੱਡਾ ਘਰ ਦੇਖਣਾ ਹੀ ਨਹੀਂ ਸੀ, ਤੁਸੀਂ ਕਿਸੇ ਕਲਰਕ ਨਾਲ ਤੈਨੂੰ ਵਿਆਹ ਦੇਣਾ ਚਾਹੀਦਾ ਸੀ, the kind of dowry they have given. So I tried to commit suicide.
ਉਸ from ਉਹਨਾਂ Ashoka. ਦਿਨਾਂ 'ਚ First day after marriage, he was not the same person. He used to write 2 letters. ਉਸ ਜ਼ਮਾਨੇ 'ਚ ਨਾ 2 ਡਾਕਾਂ ਆਉਂਦੀਆਂ ਹੁੰਦੀਆਂ ਸਨ, ਇੱਕ ਸਵੇਰੇ ਆਉਂਦੀ ਸੀ, ਇੱਕ ਸ਼ਾਮ ਨੂੰ ਆਉਂਦੀ ਸੀ। 2 ਚਿੱਠੀਆਂ ਆਉਂਦੀਆਂ ਹੁੰਦੀਆਂ ਸੀ ਸਵੇਰੇ ਔਰ ਸ਼ਾਮ। और उसके बाद वो शक्ल ही और he would kick me, he would hit me, he would abuse me, he the worst person ever seen in my life. I've never seen anybody like my husband again. He was like that. ਓ ਗॉड And I had no reservation about anything. I just wanted to keep on singing. If you sing, I'll strangle you. तेरे गला घोट के मार दांगा तेन। अच्छा मतलब तू अगर गाओगे भी ਤਾਂ ਵੀ मतलब तेरा गला घोट गाना नहीं, तू गाना नहीं। और कोई घर नहीं, घाट नहीं, कोई आमदनी नहीं, कोई कमाई नहीं, कोई कुछ नहीं। मार कुटाइयाँ अपने प्यो को ए लैके आ, अपने प्यो को ए लैके आ, तेरे भरा आएंगे उन्हों की पग ला दांगा, ए कर दांगा, वो कर दांगा। बच्चों ते भी हाथ चुकना। सोनिया ने प्यार करता सी, छोटी नूं कहंदा मेरी बेटी नहीं है। So all these things, that he was a filthy man. So I decided to come away. ਕਿੰਨੇ ਸਾਲ ਤੁਸੀਂ ਰਹੇ ਉਹਨਾਂ ਦੇ ਨਾਲ? 5 ਕੁ ਸਾਲ, 4-5 ਸਾਲ। ਤੁਸੀਂ 5 ਸਾਲ ਵਿੱਚ ਇੱਕ ਵੀ ਦਿਨ ਸੁੱਖ ਦਾ, ਪਿਆਰ ਦਾ, ਮੁਹੱਬਤ ਦਾ? Not a single moment of love or happiness. Never seen. Never seen in my life. So that was how I started my life. People have dreams, the young girls have dreams. Young girls have such ideas about marriage and such wonderful, blissful, imagination about the life ahead. But I was deprived. But when I came back here and I started my PhD, I had already done my master's, and I was 1 year over age for any competition. So I go to Mrs. Atmaram Government College for Women के मैंने तुसी job दे दो। Mrs. Atmaram is very fond of me. She truly loved me because I had been her student for 6 years. So ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਜੌਬ ਨਹੀਂ ਦੇ ਸਕਦੀ ਕਿਉਂਕਿ ਤੇਰੇ ਹਸਬੈਂਡ ਨੇ ਇੱਕ ਮੇਰੀ ਹੋਰ ਸਟੂਡੈਂਟ ਹੈ ਉਹਨੂੰ ਧੋਖਾ ਦਿੱਤਾ ਹੈ। ਉਹਨੂੰ ਝੂਠ ਬੋਲਿਆ ਕਿ ਉਹ ਮੈਰਿਡ ਨਹੀਂ ਹੈ, ਉਹਨੂੰ ਲੈ ਗਿਆ, ਉਹਦੇ ਨਾਲ ਇੰਗੇਜਮੈਂਟ ਕੀਤੀ, ਉਹਦੇ ਨਾਲ ਲਿਵਡ ਵਿਦ ਹਰ, ਐਂਡ ਦੈਨ when you came to know, I came to know, and my mother, so then he was such a rascal, he brought that girl to our house here. And when my mother saw her, mothers are, कि मेरी धी दा घर उजाड़न, my mother hit her. सो उन्हें जाके मिसेस राम नाल उन्हें शिकायत की थी कि भी मैंने तो पता भी नहीं सी कि ही इज़ मैरिड। तो ऐसा मेरे नाल आए थे। मिसेस राम सेड आई एम वेरी हर्ट, योर मदर डिड दैट एंड यू ऑल्सो वॉज पार्ट ऑफ इट, आई एम सॉरी। तो मेरे नाल काफ़ी साल नाराज़ रहे मिसेस राम। ਤੁਹਾਡੀ ਤਾਂ ਕੋਈ ਗਲਤੀ ਨਹੀਂ ਸੀ। लेकिन उस तो बाद I joined the university as a PhD student, and Music, PhD in music, and after that there was an advertisement in the paper कि भी ड्रामा डिपार्टमेंट जी। ड्रामा मैनू कुछ पता नहीं, मैं कदे ड्रामा नहीं किया, कदे एक्ट नहीं किया, बट आई हैड नो स्टेज फ्राइट बिकॉज आई हैव बीन सिंगिंग and I was the topmost singer in my college, in a youth festival जाना, जिथे जाना मैं, जिथे मैं पहुँच गई लोग कहते सी लै गई अवार्ड। मेरे थोड़े साल सीटा होंदी सी, जगजीत सिंह ये भी सारे होंदे सी उत्थे यूथ फैसटिवल विच, मेरे तो सीनियर सन। जगजीत ने मैंने एक बारी बुलाया कि असीं अज शामी बॉन फायर रखी है ते आ जा। मैं क्या मैं मुंडियां नाल गल नहीं करदी। वो हसन लग पिया। And I meant it and I didn't go. So I joined this department just like that, just a heck of it कि ठीक है साल ਦਾ ਕੋਰਸ ਹੈਗਾ ਕਰ ਲਾਂਗੀ, ਸ਼ਾਇਦ ਇਹਦੇ ਨਾਲ ਮੈਨੂੰ ਕੋਈ ਦੂਰਦਰਸ਼ਨ ਦੀ ਜੌਬ ਮਿਲ ਜਾਏ। ਦੂਰਦਰਸ਼ਨ ਉਦੋਂ ਸ਼ੁਰੂ ਹੀ ਹੋਇਆ ਸੀ ਹਾਲੇ। Now the story starts. When I stepped on the threshold of theatre, I had no stage fright. The only thing that disturbed me,
ਹਾਊ ਵੁਡ ਆਈ ਇਮੋਟ, ਮੈਂ ਇਮੋਟ ਕਿਸ ਤਰ੍ਹਾਂ ਕਰਾਂਗੀ, ਇਹ ਲੋਕ ਕਿਵੇਂ ਰੋਂਦੇ ਨੇ, ਕਿਵੇਂ ਇਮੋਸ਼ਨਲ ਇੰਨੇ ਸੀਨਸ ਕਰਦੇ ਨੇ ਫਿਲਮਾਂ ਦੇ ਵਿੱਚ ਵੀ। ਫਿਲਮਾਂ ਦਾ ਮੈਨੂੰ ਬੜਾ ਅਨੁਭਵ ਸੀ, ਕਿਉਂਕਿ ਫਿਲਮ ਮੈਂ ਦੇਖ ਕੇ ਆਉਂਦੀ ਸੀ, ਮੈਨੂੰ ਵਿਦ ਟਰੈਕ, ਵਿਦ ਮਿਊਜ਼ਿਕ, ਵਿਦ ਸੌਂਗ ਸਾਰੀ ਯਾਦ ਹੋ ਜਾਂਦੀ ਸੀ ਇੱਕ ਵਾਰੀ 'ਚ। ਐਂਡ ਮਾਈ ਕਲਾਸ ਫੈਲੋਜ਼ ਵੁੱਡ ਮੇਕ ਮੀ ਸਿਟ, ਉਹ ਕਲਾਸਾਂ ਬੰਕ ਕਰਕੇ ਮੈਨੂੰ ਬਿਠਾ ਕੇ ਪੂਰੀ ਫਿਲਮ ਦੀ ਕਹਾਣੀ ਸੁਣਦੇ ਕਹਾਣੀ ਸੁਣਦੀਆਂ ਸਨ, ਵਿਦ ਡਾਇਲੌਗਸ, ਵਿਦ ਮਿਊਜ਼ਿਕ ਟਰੈਕ, ਸਾਰੇ ਗਾਣੇ ਮੈਨੂੰ ਯਾਦ ਹੁੰਦੇ ਸੀ ਸਾਰੇ। ਆਈ ਡੋਂਟ ਨੋ ਹਾਊ, ਬਿਕੋਜ਼ ਆਈ ਲਵਡ ਫਿਲਮ ਸੋ ਮਚ। ਅੱਜ ਮੈਂ ਯਾਦ ਕਰਨੀ ਆ ਤੇ ਮੈਨੂੰ ਗਾਲਿਬ ਦਾ ਉਹ ਸ਼ੇਰ ਯਾਦ ਆਉਂਦਾ ਹੈ, इतना आसान नहीं लहू रोना, दिल में ताकत जिगर में हाल कहा। और मैं हमेशा कहती कि भी इन्नी पेन दिखाने ਲਈ यू हैव टू फील दैट पेन ना, जब तक ਤੁਹਾਡੇ ਅੰਦਰ ਉਹ ਤਾਕਤ ਨਹੀਂ ਹੈ, ਉਹ ਫੀਲ ਨਹੀਂ ਹੈ, ਹਾਊ ਕੈਨ ਯੂ ਸ਼ੋ ਦੈਟ ਪੇਨ। ਪਰ ਮੈਂ ਦੇਖਦੀ ਟੈਕਨੀਕਲੀ ਆਉਂਦੇ ਨੇ, ਰੋਕ ਕੇ ਚਲੇ ਜਾਂਦੇ ਨੇ, ਸਭ ਕੁਝ ਕਰਦੇ ਨੇ, ਫਿਰ ਬੈਕ ਸਟੇਜ ਜਾਂਦੇ ਨੇ, ਬਿਲਕੁਲ ਐ ਨੋਰਮਲ ਹੁੰਦੇ, ਕੋਈ ਕੰਮ ਕਰਦੇ ਨੇ। ਸੋ ਦਿਸ ਵਾਜ਼ ਦ ਫਸਟ dilemma, the first challenge for me as an actor. Now I believe that the world of theatre is so wonderful, I was absolutely pessimistic about life. I wanted to die. I wanted to leave everything. Just for my children I was living. ਜਦ ਇਹਨਾਂ ਦੇ ਚਿਹਰੇ ਦੇਖਦੀ ਸਾਂ ਤੇ ਮੈਂ ਕਹਿੰਦੀ ਸੀ ਨਹੀਂ, ਆਈ ਹੈਵ ਟੂ ਲਿਵ, ਬਿਕੋਜ਼ ਘਰ ਦੇ ਵੀ ਹਾਲਾਤ ਬੜੇ ਖਰਾਬ ਸਨ। when I came back to my parents, ਤੇ ਐਮਰਜੈਂਸੀ ਡਿਕਲੇਅਰ ਹੋ ਗਈ ਸੀ ਉਦੋਂ, ਇੰਦਰਾ ਗਾਂਧੀ, that was the time. And all the big contracts, because it was the family of builders, engineers, everybody was qualified engineer. ਉਸ ਟਾਈਮ ਦੇ ਠੇਕੇਦਾਰ ਨਹੀਂ ਸਨ, ਕੁਆਲੀਫਾਈਡ ਸਨ। ਮੇਰੇ ਫਾਦਰ ਵੀ ਕੁਆਲੀਫਾਈਡ ਸਨ। ਮੇਰੇ ਫਾਦਰ ਜਦੋਂ ਵਾਕ ਕਰਦੇ ਸੀ ਤੇ ਚੀਫ ਇੰਜੀਨੀਅਰ ਖੜਾ ਹੋ ਜਾਂਦਾ ਸੀ। ਇਹ ਲੇਟ 60s ਦੀ ਗੱਲ ਹੈ? ਲੇਟ 60s ਦੀ ਗੱਲ ਹੈ, ਨਹੀਂ 70s ਦੀ ਗੱਲ, ਹਾਂ ਰਾਈਟ, ਅਰਲੀ 71 ਦੀ ਗੱਲ ਹੈ। ਘਰ ਦੇ ਵੀ ਹਾਲਾਤ ਬੜੇ ਖਰਾਬ ਸਨ। ਐਮਰਜੈਂਸੀ ਕਰਕੇ ਡਿਕਲੇਅਰ ਹੋ ਕੇ ਸਾਰੇ ਕੰਮ ਬੰਦ ਹੋ ਗਏ ਸੀ। ਔਰ ਇਕਨੋਮਿਕਲੀ ਵੀ ਵਰ ਇਨ ਅ ਵੈਰੀ ਬੈਡ ਸਟੇਟ। काम सारे बंद हो जाने, पेमेंट्स आनी कुछ नहीं। So everybody was exploring की करिए। In that state, I wanted to just do something and find a job. So I joined Department Theatre. What? My God, the world of theatre. It is like, a new world, a new space, a new soil, a new breathing. You could cry, you could laugh, you could scream, you could take out everything that you wanted to say, which was pent up, which was repressed inside of you. You could take it out. And it was such a joy. It was such a joy. And I didn't know that I loved acting so much. Yeah. By default, ਮਤਲਬ ਰੱਬ ਨੇ ਤੁਹਾਨੂੰ ਉੱਥੇ ਹੀ ਪਲੇਸ ਕਰਤਾ ਜਿੱਥੇ ਤੁਸੀਂ ਸੱਚਮੁੱਚ ਬਿਲੋਂਗ ਕਰਦੇ ਸੀ। ਤੇ ਤੁਹਾਨੂੰ ਲੱਗਦਾ ਕਿ ਉਹ ਥੀਏਟਰ ਦਾ ਜਿਹੜਾ ਐਕਸਪੀਰੀਅੰਸ ਸੀਗਾ, ਐਕਟਿੰਗ ਕਰਨ ਦਾ, ਰੋਣਾ ਧੋਣਾ, ਪੂਰਾ ਦਿਲ ਖੋਲ ਕੇ, ਜਿਵੇਂ ਤੁਸੀਂ ਕਿਹਾ, ਉਹ ਕਥਾਰਟਿਕ ਸੀਗਾ, ਔਰ ਉਹਨੇ ਤੁਹਾਨੂੰ ਜਿਹੜੇ ਪਿਛਲੇ ਇੰਨਾ ਡਿਫਿਕਲਟ ਟਾਈਮ ਤੁਸੀਂ ਗੁਜ਼ਾਰ ਕੇ ਆਏ ਸੀ, ਉਸ ਤੋਂ ਤੁਸੀਂ ਉੱਭਰ ਸਕੇ ਬਿਕੋਜ਼ ਆਫ ਦੈਟ? ਬਿਲਕੁਲ। I used to cover my head. ਮੈਂ ਜਦੋਂ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਜੁਆਇਨ ਕੀਤਾ, ਮੈਂ ਸਿਰ 'ਤੇ ਚੁੰਨੀ ਲੈਂਦੀ ਸੀ। ਅਤੇ ਇੱਕ ਦਿਨ ਮੈਂ ਗਾਰਗੀ ਸਾਹਿਬ ਦੇ ਦਫ਼ਤਰ ਵਿੱਚ ਗਈ ਅਤੇ ਮੈਨੂੰ ਉਹਨਾਂ ਨੇ ਬਿਠਾਇਆ। ਮੈਨੂੰ ਕਹਿੰਦੇ ਕਿ ਤੂੰ ਸਿਰ 'ਤੇ ਚੁੰਨੀ ਕਿਉਂ ਲੈਂਦੀ ਹੈ? ਮੈਂ ਕਿਹਾ ਕੁੜੀਆਂ ਨੂੰ, ਮੇਰੀ ਮਦਰ ਕਹਿੰਦੇ ਆ ਕਿ ਸ਼ਰਮ ਹਿਆ ਰੱਖਣੀ ਚਾਹੀਦੀ ਹੈ, ਸਿਰ 'ਤੇ ਚੁੰਨੀ ਰੱਖਣੀ ਚਾਹੀਦੀ। ਮੈਨੂੰ ਕਹਿੰਦੇ ਰਾਣੀ, ਸ਼ਰਮ ਹਿਆ ਇਹ ਚੁੰਨੀ 'ਚ ਨਹੀਂ ਹੈ, ਸ਼ਰਮ ਹਿਆ ਇੱਥੇ ਹੁੰਦੀ ਹੈ। ਸੱਚ ਹੈ, ਇੱਥੇ ਹੁੰਦੀ ਹੈ। And nobody can tell you ਕਿ ਚੁੰਨੀ ਲੈ, your dignity nobody can touch. I mean, he gave me such beautiful perspectives on life. He knew that this is what I needed at that time. Yeah, he recognized He knew that I needed, and he pulled me out of that, the shell of totally,
pessimistic and totally despair. That there's nothing, ठीक है कर रही हूँ, ठीक है ये करूँगी वो करूँगी, चल, लेकिन जैसे मन नहीं था, तो मन को झकझोर के रख दिया उस इंसान ने। और नेचुरली देन यू नो, जो इतना अच्छा टीचर भी हो, इतना अच्छा बात भी करे, सब कुछ, तो आप यू गेट वेरी इम्प्रेस्ड। ही वॉज अ वेरी गुड टीचर and he was the reason I joined the department, because I remember I saw an article in Illustrated Weekly about him, his wife and his child. At that time I think he had his son only, and about his theatre, and very fascinating. So when I came to know he's the one who's created this department and going to ਬਾਹਰ ਥੀਏਟਰ ਕਰਕੇ ਆਏ ਸੀ, ਬਰਟਲਟ ਬ੍ਰੈਕਟ ਵਰਗੇ ਲੋਕਾਂ ਨਾਲ ਕੰਮ ਕੀਤਾ ਸੀ ਉਹਨਾਂ ਨੇ। हाँ, बड़ा काम किया सी, अरे इलिया कजान नाल काम किया जी। और सारे मतलब लेक्चर्स दिते ऑल ओवर अमेरिका। ही वाज ए वेल नोन फिगर एंड ही रोट बुक्स आल्सो ओवर देयर। और इत्थे भी जिहड़ी फोक थिएटर ऑफ इंडिया बुक लिखी सी, उत्थे अमेरिका च लिखी सी। एंड कनक दी बल्ली दे अंग्रेजी अनुवाद कीते सी जगह जगह। वो काफ़ी अच्छा काम करके आए थे। हिंदी मैरिड जीनी ओवर देयर, दे मेट एंड शी यूज्ड टू एडिट हिज राइटिंग एंड देन they married. So the whole story was published in Illustrated Weekly. Khushwant ji was on this, an editor, I remember, Khushwant Singh. So it was very fascinating, very well illustrated article. And everybody, you know, was talking about in the city that he's here and he has created a drama department. So that was what drew me to the drama department. And then meeting him as a teacher, he was fantastic. He was a genius. And the kind of direction he gave, it was very unique. He would not burden the actor at all with instructions, ye karo, wo karo, idhar jao, wo karo. No. He would just leave the actor free to use the space and just explain. And always in every sequence, he had some miraculous idea which he used, and ekdam se that used to hit the audience. That was his way of working. Generally, the directors are very instructive, very meticulous, in, you know, a little stuck up also. Stuck up also. But he was very free. And while he would be directing, he would go away for hours. He would leave the cast, and then he come back, and he was so stout and short, और पेंट ऐसी होती थी जैसे बड़े भाई की पेंट पहनी हुई है, वैसे आसन बड़ा होता था. So that kind of a very funny kind of he was पर genius ही but at the same time you would be surprised, he's a very shy guy. He was shy. He was not flamboyant. And I remember Chief Minister to leke जिन्ने भी dignitaries सन, they all used to come to meet him, and we met them. ਮੈਂ ਇੱਕ ਇਨਸੀਡੈਂਸ ਸੁਣ ਰਹੀ ਸੀ, ਤੁਸੀਂ ਦੱਸਿਆ ਸੀ ਕਿਤੇ ਕਿ ਇੱਕ ਤੁਹਾਡਾ ਸ਼ੋਅ ਸੀਗਾ ਹੀਰ ਰਾਂਝਾ ਦਾ ਸ਼ਾਇਦ, ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਆਏ ਸੀ. ਇਟ ਵਾਸ ਜੈਮ ਪੈਕਡ, ਮਤਲਬ 5-6 ਸ਼ਾਇਦ ਸ਼ੋਜ਼ ਹੋਣੇ ਸੀ, 15-20 ਸ਼ੋਜ਼ ਹੋਏ ਉਹਦੇ, ਹਨਾ? ਉਹਦੀ ਕਹਾਣੀ ਦੱਸੋ ਉਸ ਟਾਈਮ ਤੇ. ਉਹ ਇੱਕ ਐਵੇਂ ਕਲਾਸ ਵਰਕ ਵਾਂਗੂ ਮੈਨੂੰ ਦਿੱਤਾ ਸੀ ਕਿ ਤੂੰ ਪਲੇ ਕਰ ਲੈ ਸਟੂਡੈਂਟਸ ਦੇ ਨਾਲ. ਦੈਟ ਵਾਸ ਮਾਈ ਫਸਟ ਈਅਰ ਆਫ ਮਾਈ ਜੌਬ ਵੈਨ ਆਈ ਸਟਾਰਟਡ ਟੀਚਿੰਗ. ਤੇ ਮੈਨੂੰ ਕਿਹਾ ਕਿ ਕਲਾਸਰੂਮ ਕੰਮ ਕਰ ਲੈ. ਤੇ ਮੈਂ ਉਦੋਂ ਗਾਰਗੀ ਸਾਹਿਬ ਉਦੋਂ ਸੀਗੇ ਉੱਥੇ? ਨਹੀਂ, ਗਾਰਗੀ ਸਾਹਿਬ ਜਾ ਚੁੱਕੇ ਸੀ, ਰਿਟਾਇਰ ਹੋ ਗਏ ਸੀ, ਔਰ ਅਮਾਲ ਅਲਾਨਾ ਹੈਜ਼ ਟੇਕਨ ਓਵਰ. ਅੱਛਾ ਅੱਛਾ. तो अमाल अलाना ਦੇ ਲਈ ਤਾਂ ਨਿਊਸੈਂਸ ਬਣ ਗਈ ਮੈਂ, ਕਿ ਵੀ ਇਹਨੂੰ ਤਾਂ ਅਸੀਂ ਸਿਰਫ ਕਲਾਸਰੂਮ ਵਰਕ ਦਿੱਤਾ, ਇਹਨੇ ਤਾਂ ਫੁੱਲ ਫਲੈਜਡ ਉਹਦੀ ਪ੍ਰੋਡਕਸ਼ਨ ਬਣਾ ਲਈ ਹੈ ਔਰ ਇੰਨੀ ਪਪੂਲਰ ਹੋ ਗਈ ਹੈ. ਔਰ ਐਟ ਦੈਟ ਟਾਈਮ ਉਹ ਥੋੜੀ ਜਿਹੀ ਟਿਫ ਵੀ ਹੋ ਗਈ ਨਾ ਵਿਦ ਚੇਅਰਮੈਨ, ਕਿ ਵੀ it was not meant to be a full-fledged production, but you had. Anyway, it was so successful क्योंकि मैं I think उसी दौरान कैफी आज़मी दा हीर रांझा भी आया सी as a film. अच्छा. हाँ. और everybody was sort of comparing, and Kaifi was known to me, and Kaifi I met in Bombay. I remember
सेम कर्सी गार्गी साहब they किधरे जा रहे सी, एक छोटी जी फील्ड कार सी, एंड वी वर ऑल पैक्ड इन दैट कार, एंड सारे मतलब कह रहे थे कैफ़ी निभाना कहाँ है, शौकत निभाना कहाँ है, निभाना कहाँ है। तो कैफ़ी चुपचाप बैठे थे एंड अगली सीट पे तो बोले शौकत को निभाना नहीं आता, निभाना खूब आता है ना। मेरे इतना अच्छा लगा द वे ही said and touched my soul। तो कैफ़ी बहुत मेरे करीब हो गए। तो मैंने कैफ़ी को एक बार कह भी दिया, मैंने कहा आप वारिस को बीट नहीं कर सकते, आपने लिखा। बिल्कुल रानी, आई एग्री विद यू, आई टोटली एग्री विद यू। इतने हम्बल थे वो। और मैंने ऐसे ही ना अपनी स्टूपिडिटी में मैंने कह दिया, यंग थी और वारिस के लिए मैं एकदम दीवानी थी, because I belong to Jandiala Sher Khan Ghazi. That is, you know, that is in my kind of in my blood. That language, those idioms, the proverbs, and or I belong to an area where girl child would not be allowed to survive, you know, that kind of. And my mother, she couldn't bear an alive child for so many years, and I think she carried the curse of her ancestors. And the first child that survived was a girl. And she died at the age of 9. And then they prayed and prayed, then I was born. And they named me in her name only. And that is how. You know, I was pampered. बड़ी सारी कुड़ियां नु किते भी normally इतना pamper, इतना प्यार नहीं मिलिया हुआ ना जिन्ना मैनू। बहुत, पर ਉਹ मतलब वही प्यार सी रज के ਜਿਹੜਾ ਲਿਆ पेरेंट्स ਤੋਂ ਲਿਆ, अपना फैमिली ਤੋਂ ਲਿਆ, ਉਸ ਤੋਂ ਬਾਅਦ ਸੀਗਾ ਹੀ ਨਹੀਂ ਕਿਸਮਤ ਇਸ ਬਾਰੇ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਤੋਂ, ਐਨੀ ਯੰਗ ਏਜ ਵਿੱਚ ਤੁਸੀਂ ਆਪਣੀ ਯੂਥ ਦੀ ਪੀਕ ਤੇ ਸੀ ਉਦੋਂ, ਜਦੋਂ ਵਿਆਹ ਤੋਂ ਨਿਕਲੇ ਤੁਸੀਂ ਬਾਹਰ, ਤੇ ਪਿਆਰ ਦਾ ਅਹਿਸਾਸ ਉਦੋਂ ਤੱਕ ਤਾਂ ਹੋਇਆ ਨਹੀਂ, ਮੁਹੱਬਤ ਜਿਹਦੀ ਸਭ ਨੂੰ ਤਾਂਘ ਹੁੰਦੀ ਹੈ, ਖਾਸ ਕਰਕੇ ਇੱਕ ਸੈਂਸਿਟਿਵ ਕ੍ਰੀਏਟਿਵ ਇਨਸਾਨ ਨੂੰ ਜਿਹੜੀ ਨੈਚੁਰਲੀ ਸੰਗੀਤ ਵੱਲ ਇਨਕਲਾਈਨਡ ਹੈ, ਫਿਰ ਥੀਏਟਰ ਵਿੱਚ ਸਿਨੇਮਾ ਨੂੰ ਇੰਨਾ ਪੈਸ਼ਨੇਟਲੀ ਦੇਖਦੀ ਹੈ, ਇੱਕ ਬਬਲ ਵਿੱਚ ਰਹਿੰਦੀ ਹੈ ਰੋਮਾਂਟਿਕ। ਤੁਹਾਡੀ ਜ਼ਿੰਦਗੀ ਨੇ ਤੁਹਾਨੂੰ ਮੌਕਾ ਦਿੱਤਾ ਪਿਆਰ ਨੂੰ ਮਹਿਸੂਸ ਕਰਨ ਦਾ, ਜੀਣ ਦਾ, ਚਾਹੇ ਕੁਝ ਪਲ ਲਈ? Absolutely that when you are young you already imagine what is love, you know, and I used to imagine there would be somebody like, and I had the idea also how we would be looking, but I never came across anybody like him in my life. So all mirage, or that I encountered, तमाम जिंदगी च ਤੁਸੀਂ ਪਿਆਰ ਨੂੰ ਮਹਿਸੂਸ ਨਹੀਂ ਕੀਤਾ? ਨਾ, ਬਿਲਕੁਲ ਨਹੀਂ, because it was all mirage, it was all, you know, fake. And I imagined in my, generally we girls, we start imagining this is a very nice person. Supposing somebody comes in your life and you say, oof, he's an angel, he's so good. Actually, it's all in our mind. He's not like that. ਅਸੀਂ ਡੈਸਪਰੇਟਲੀ ਨਾ ਆਪਣੀ ਹੀ ਜਿਹੜੀ ਪਰਸੈਪਸ਼ਨ ਉਹਦੇ ਤੇ ਪਲਾਂਟ ਕਰ ਰਹੇ ਹੁੰਦੇ ਆ, ਅਸੀਂ ਆਪਣਾ ਪ੍ਰਤੀਬਿੰਬ ਜਿਹੜਾ ਸੋਚਿਆ ਹੁੰਦਾ ਉਹਦੇ 'ਚ ਦੇਖਣ ਲੱਗ ਜਾਂਦੇ ਆ ਕਿ ਉਸ ਤਰ੍ਹਾਂ ਦਾ ਹੈ ਹੀ ਉਸ ਤਰ੍ਹਾਂ ਦਾ, ਬਿਲਕੁਲ ਵੀ ਨਹੀਂ ਉਸ ਤਰ੍ਹਾਂ ਦਾ ਹੁੰਦਾ ਉਹ। And one fine day he gave you such a, you know, shock, and you overhear what he's talking about you or talking about your relationship, and then it comes like a big blow, you know, and you can't bear it, and for many days you suffer so much internally, and then time comes, love doesn't get defeated, but you are saner, you know that rarely somewhere somebody, the one I imagine must be, but I haven't met him. ਮੈਮ ਇਹ ਤਾਂਗ ਰਹੀ ਤੁਹਾਡੇ ਅੰਦਰ ਕਾਫੀ ਸਾਲ? ਤਾਂਗ ਬੁੱਢੇ ਹੋ ਕੇ ਵੀ ਹੈ, ਇਹਦੇ 'ਚ ਕੀ ਹੈ? ਤਾਂਗ ਦੀ ਇਹ ਮਤਲਬ ਨਹੀਂ ਹੈ ਕਿ ਵੀ ਕੋਈ ਫਿਜ਼ੀਕਲ ਤਾਂਗ ਹੁੰਦੀ ਹੈ, ਬਿਲਕੁਲ ਤਾਂਗ ਤਾਂ ਹੁੰਦੀ ਹੈ। ਹੁਣ ਵੀ ਤੁਸੀਂ ਕੋਈ ਅੱਛੀ ਫਿਲਮ ਦੇਖੋ ਤਾਂ ਤੁਹਾਨੂੰ ਤਾਂਗ ਜਿਹੜੀ ਹੈ ਉੱਥੇ ਸੈਟਿਸਫਾਈ ਹੁੰਦੀ ਹੈ ਜੀ। ਕੋਈ ਅੱਛੀ ਕਿਤਾਬ ਪੜ੍ਹੋ, ਕਿਤੇ ਅੱਛੀ ਸ਼ਖਸੀਅਤ ਦੇ ਬਾਰੇ ਜਾਣੋ, ਉੱਥੇ ਹੈ ਹੀ ਹੈ ਤਾਂਗ, ਪਿਆਰ ਹੋ ਜਾਂਦਾ। ਗੁਲਜ਼ਾਰ ਜੀ ਨੂੰ ਮੈਂ ਸੁਣਨੀ ਆ, ਪਿਆਰ ਹੋ ਜਾਂਦਾ ਮੈਂ, ਔਰ ਇੰਨਾ ਮੈਨੂੰ ਉਸ ਗੱਲ ਦੇ ਧੱਕਾ ਹੈ ਕਿ ਅੱਜ ਤੱਕ ਮੈਂ ਯਾਦ ਕਰਨੀ ਆ ਕਿ ਜਦੋਂ ਮੈਂ ਥੈਂਕੀ ਦਰਦ ਨਾ ਆਇਆ ਜਿਹੜੀ ਸਟੋਰੀ ਸੀ, ਉਹ ਪੂਰੀ ਜਿਹੜੀ ਹੈ ਕ੍ਰਕਸ ਆਫ ਦ,
ਯੂ نو ਸਟੋਰੀ ਇਜ਼ ਮਾਚਿਸ ਜਿਹੜੀ ਬਾਅਦ ਵਿੱਚ ਬਣਾਈ ਉਹਨਾਂ ਨੇ ਗੁਲਜ਼ਾਰ ਸਾਹਿਬ ਜੀ ਉਹ ਕਿਸ ਤਰ੍ਹਾਂ ਉਹਨਾਂ ਕੋਲ ਟਰੈਵਲ ਕਰ ਗਈ ਇਹ ਨਹੀਂ ਮੈਨੂੰ ਪਤਾ ਲੇਕਿਨ ਜਿਹੜਾ ਸੈਂਟਰਲ ਆਈਡੀਆ ਉਹ ਸਾਰਾ ਮੇਰਾ ਉਹਦੇ 'ਚ ਗਿਆ ਔਰ ਮੈਂ ਉਹਨਾਂ ਨੂੰ ਮਿਲਣਾ ਚਾਹੁੰਦੀ ਸੀ ਆਈ ਵਾਜ਼ ਇਨ ਬੰਬੇ ਐਂਡ ਆਈ ਵਾਜ਼ ਯੂ نو ਟਰਾਈਂਗ ਡੈਸਪਰੇਟਲੀ ਟੂ ਮੀਟ ਹਿਮ ਐਂਡ ਆਈ ਡਿਡਨਟ ਵਾਂਟ ਟੂ ਮੇਕ ਦ ਫਿਲਮ ਆਈ ਵਾਂਟਡ ਗੁਲਜ਼ਾਰ ਸਾਹਿਬ ਟੂ ਮੇਕ ਦ ਫਿਲਮ ਬਿਕੋਜ਼ ਆਈ ਨਿਊ ਕਿ ਦਿਸ ਕਾਈਂਡ ਆਫ ਸਬਜੈਕਟ ਵੁੱਡ ਇੰਟਰਸਟ ਹਿਮ ਜੀ ਮੈਨੂੰ ਅਲਾਉ ਨਹੀਂ ਕੀਤਾ ਗਿਆ ਔਰ ਮੇਰੇ ਆਪਣੇ ਜਿਹੜੇ ਨੇ ਉਹਨਾਂ ਨੇ ਮੈਨੂੰ ਮਿਲਣ ਨਹੀਂ ਦਿੱਤਾ ਗਿਆ ਨਹੀਂ ਉਹ ਨਹੀਂ ਮਿਲ ਸਕਦੇ ਉਹ ਕਿੱਥੋਂ ਮਿਲਦੇ ਨਹੀਂ ਜੀ ਇਹ ਹੈ ਉਹ ਹੈ ਬੜੀਆਂ ਗੱਲਾਂ ਸੋ I made the film and I made the film my way because I had such a limited budget, became very ambitious. I shot it on 16 mm with a kharcha overshoot kar gaya. So that was a blunder that I committed. In the process फिर film ਨੂੰ ਉਹਨਾਂ ਨੇ इतना slaughter ਕੀਤਾ दूरदर्शन वाले ने ये काटो वो काटो they had no technical know-how ਉੱਥੇ ਜਿਹੜੇ producers ਬੈਠੇ ਨੇ they do not know how to shoot a film कैमरा ਦੀ ਕੀ प्रॉब्लम है ਕੀ compulsions ਨੇ ਉਹਨਾਂ ਨੂੰ पता ही नहीं और इस यहाँ से काटो मेरे कैसे मैं काट सकती हूँ ये आदमी बात कर रहा है और काट के वो दूसरी तरफ कैसे देखना करेगा you have to find the fillers you have to find location light टेक्सचर सब कैसे आप कर सकते हो लेकिन वो सारा उन्होंने मेरे से करवाया इसलिए वो फिल्म सफर्ड फिल्म कुड हैव बीन ए मच बेटर फिल्म इफ़ दूरदर्शन क्योंकि सरकार बदल गई ये मेरे को दिया था कांग्रेस सरकार ने ये फिल्म अब सोच लो कि जैसी माचिस फिल्म है इतनी फायरी उस तरह की फिल्म का आइडिया जब मेरे को आया तो पी चिदम्बरम उस वक़्त थे डेप्टी होम मिनिस्टर आई सपोज he gave me that film personally he met me and पहले इधर आए थे यहाँ पर वो जो बाद में प्राइम मिनिस्टर बन गए जो होम मिनिस्टर थे उस ज़माने में अभी मेरे को याद है नरसिम्हा राव ने सबको बुलाया कि कुछ आइडिया दो ये जो इतना टेररिज्म फैला है इसको किस तरह से अपीस किया जाए सो वो फिल्म का आइडिया था सो इस तरह से I have encountered whatever creatively I could do, you know. I believe there was so much, वो कहते ना बंदियाँ तेरियाँ 10 दईयाँ एक हो गई वे हाँ बाकी किधर गईयाँ I always have felt that the creativity that I had, I could sing so well, I could act, I could direct, I could make a film, I could design. I designed all my costumes always and in my house also I was such a homemaker when I got married बनती नहीं थी मारते थे सब कुछ थे but in my father in his effort to कि भी किसी तरह ये सब कुछ ठीक हो जाए he gave us a house in Kasauli a new car और वहाँ हमारा कंस्ट्रक्शन काम चल रहा था मेरे हस्बैंड को बोला you take care of that and वो घर मैंने ऐसे सजाया जिससे कसौली में देखने आते एक एक फैमिली में से बिल्लो दा घर जाके मेरा नाम बिल्लो है घर दा नाम बिल्लो है बिल्लो दा घर जाके देखो कसौली आई लव्ड टू यू नो टेक केयर ऑफ द हाउस कुकिंग आई वाज परफेक्ट इन कुकिंग एंड देयर वाज सो मच क्रिएटिविटी always restless to do something creative है ना ਹੁਣ ਵੀ ਆਪਣੇ ਆਪ ਨੂੰ ਡਰੈਗ ਕਰ ਕਰਕੇ ਮੈਂ ਕੁਛ ਨਾ ਕੁਛ ਕਰਦੀ ਰਹਿੰਦੀ ਹਾਂ ਮੈਮ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਤੁਹਾਡੇ ਤੋਂ ਇੰਨੀ ਸਾਰੀ ਕ੍ਰੀਏਟੀਵਿਟੀ ਇੰਨਾ ਟੈਲੈਂਟ ਇੱਕ ਪਾਸੇ ਇੱਕ ਸਿੰਗਲ ਮਦਰ ਬੱਚਿਆਂ ਦਾ ਖਿਆਲ ਰੱਖ ਰਹੀ ਹੈ ਉਹਦਾ ਪੂਰੀ ਉਹਨਾਂ ਦੀ ਰਿਸਪੌਂਸਿਬਿਲਿਟੀ ਹੈ ਉਹਨਾਂ 'ਚੋਂ ਇੱਕ ਬੱਚਾ ਜ਼ਿਆਦਾ ਅਟੈਂਸ਼ਨ ਡਿਮਾਂਡ ਵੀ ਕਰਦਾ ਹੈ ਕਿਉਂਕਿ ਉਹ ਡਿਸਟਰਬਡ ਹੈ ਨਾਲ ਹੀ ਤੁਹਾਡੀ ਇੱਕ ਕ੍ਰੀਏਟਿਵ ਉਡਾਨ ਹੈ ਤੁਹਾਡੀ ਵੀ ਉਮਰ ਛੋਟੀ ਹੈ ਤੁਸੀਂ ਲੇਟ 20s अर्ਲੀ 30s ਵਿੱਚ ਸੀ ਖੂਬਸੂਰਤ ਇੰਨਾ ਕੁਝ ਕਰਨ ਦਾ ਟੈਲੈਂਟ ਵੀ ਸੀ ਗਾਣਾ ਡਾਂਸ ਐਕਟਿੰਗ ਡਾਇਰੈਕਸ਼ਨ ਕਿੰਨਾ ਕੁਝ ਐਂਡ ਆਫ ਕੋਰਸ ਇੱਕ ਵੂਮਨ ਹੋਣ ਦੇ ਨਾਤੇ ਵੀ ਤੁਹਾਡੇ ਅੰਦਰ ਅੱਜ ਜਿਵੇਂ ਤੁਸੀਂ ਦੱਸ ਰਹੇ ਹੋ ਕਿੰਨੀਆਂ ਚੀਜ਼ਾਂ ਸੀਗੀਆਂ ਕਿੰਨੇ ਡਿਜ਼ਾਇਰ ਸੀ ਐਂਡ ਉੱਤੋਂ ਦੀ ਇੱਕ ਸੋਸਾਈਟਲ ਪ੍ਰੈਸ਼ਰ ਕਿ ਵੀ ਇਹ ਸਿੰਗਲ ਵੂਮਨ ਹੈ ਇਹ ਸਿੰਗਲ ਮਦਰ ਹੈ ਉਹ ਵੀ ਇੱਕ ਚੈਲੰਜ ਇਹ ਸਾਰੀਆਂ ਚੀਜ਼ਾਂ ਤੁਸੀਂ ਬੈਲੈਂਸ ਜਦੋਂ ਕਰਦੇ ਸੀ ਤਾਂ ਕੀ ਚੈਲੰਜ ਆਉਂਦੇ ਸੀ ਔਰ ਕਿੰਨਾ ਕੁ ਔਖਾ ਸੀ ਔਰ ਕਿਹੜੀ ਚੀਜ਼ ਨੇ ਤੁਹਾਨੂੰ
ਹਿੰਮਤ ਦਿੱਤੀ ਇੱਕਦਮ ਫਿਰ ਵੀ ਚੱਲਦੇ ਰਹਿਣ ਦੀ? Gurbani. I do not remember at what age I started doing my part. I was very close to my grandmother, ਈਸ਼ਰ ਕੌਰ ਜੀ। ਉਹ ਕਹਾਣੀ ਜਿਹੜੀ ਮੈਂ ਲਿਖੀ ਹੈ ਖਾਨਦਾਨ ਦੀ, ਉਹਨਾਂ ਦੀ ਕਹਾਣੀ ਤੋਂ ਸ਼ੁਰੂ ਹੁੰਦੀ ਹੈ। ਤੇ ਮਾਈ ਦਾਦੀ ਟੌਟ ਮੀ ਗੁਰਬਾਣੀ। ਉਹ ਬੱਚਿਆਂ ਨੂੰ ਕੰਪੀਟੀਸ਼ਨ ਰੱਖਦੇ ਹੁੰਦੇ ਸੀ, ਜਿਹੜੀ ਇਹ ਬਾਣੀ ਯਾਦ ਕਰਕੇ ਆਏਗਾ ਉਹਨੂੰ ਇੰਨੇ ਰੁਪਏ ਇਨਾਮ ਮਿਲੇਗਾ। ਤੇ ਮੈਨੂੰ ਗੁਰਬਾਣੀ ਨਿਤਨੇਮ ਆਲਮੋਸਟ ਸਾਰਾ ਕੰਠ ਸੀ ਔਰ ਮੈਂ ਪਾਠ ਕਰਦੀ ਸੀ। ਐਂਡ whenever I was shattered, whenever I was the peak of pain, ਤੇ ਸਭ ਤੋਂ ਕੋਈ ਗੁਰਬਾਣੀ ਦੇ ਵਿੱਚੋਂ ਤੁਕਾਂ ਮੈਨੂੰ ਯਾਦ ਆ ਜਾਂਦੀਆਂ ਸਨ। ਹਰਨਾਮੇ ਨਾਲ ਗੱਲਾਂ, ਹਰਨਾਮੇ ਨਾਲ ਮਸਲਤ, ਹਰਨਾਮ ਹਮਾਰੀ ਕਰਦਾ ਨਿਸਾਰਾ, हरनाम हमारी संगत अत प्यारी, हरनाम कुल हरनाम परिवारा। और दैट यूज टू गिव मी सो मच स्ट्रेंथ। मैं रेगुलरली मैं पाठ करनी हाँ, मैं प्रकाश करनी हाँ, मैं खुला पाठ रखा होंदा है वो करनी हाँ, और सुखनी साहब दा पाठ, और ना हुए तो इंज रहनी हाँ, कुछ ਹੁੰਦਾ ਰਹਿੰਦਾ ਕਿ ਮੈਂ ਕੀਤਾ ਨਹੀਂ। ਸੋ ਇਟ ਹੈਜ਼ ਬਿਕਮ ਪਾਰਟ ਆਫ ਮਾਈ ਬੀਇੰਗ। ਰਾਈਟ। ਸੋ ਗੁਰਬਾਣੀ has been my recluse. Gurbani has been my support. Gurbani is my strength. And mat vich ratan jawahar manik, je ek gur ki sikh suni, गुरां एक दे बुझाई, सबना जियां का इको दाता, सो मैं विसर न जाए। सो हर चीज़ ਦੇ ਲਈ, ਹਰ ਮੌਕੇ 'ਤੇ, ਹਰ ਗੱਲ 'ਤੇ, ਕਿਤੇ ਵੀ ਜਦੋਂ ਮੈਨੂੰ ਤਕਲੀਫ ਹੁੰਦੀ ਹੈ ਤੇ ਗੁਰਬਾਣੀ ਵਿੱਚੋਂ ਮੈਨੂੰ ਆਪਣੇ ਆਪ ਹੀ ਵਾਕ ਮਿਲਦਾ ਹੈ, ਤੁਕਾਂ ਮਿਲਦੀਆਂ ਔਰ ਮੈਨੂੰ ਜਵਾਬ ਮਿਲਦਾ ਹੈ। ਐਂਡ ਯੂ ਨੋ when I think about my daughter Sonia, I always, I never think कि I'm suffering. I always, you know, ਇੱਕ ਸ਼ਿਕਾਇਤ ਲੈ ਕੇ ਹਮੇਸ਼ਾ ਮੈਂ ਜਾਂਦੀ ਹਾਂ ਕਿ ਮੇਰਾ ਬੱਚਾ ਇਸ ਤਰ੍ਹਾਂ ਕਿਉਂ ਤੁਸੀਂ ਇਹਨੂੰ ਜ਼ਿੰਦਗੀ ਦਿੱਤੀ, ਕਿਉਂ ਐਸੀ ਜ਼ਿੰਦਗੀ ਦਿੱਤੀ ਕਿ she can't be happy, she can't be doing anything, she's so talented but no confidence, and derail ਜਿਵੇਂ ਹੋ ਗਿਆ, ਮਾਈਂਡ ਵੀ derail ਹੋ ਗਿਆ, ਸਾਰੀ ਉਸਦੀ ਪੂਰੀ ਪਰਸਨੈਲਿਟੀ ਜਿਹੜੀ ਹੈ ਨਾ ਉਹ ਜਿਵੇਂ derail ਹੋ ਗਈ। ਟੇਵੇ ਟੂਵੇ ਬਣਾਉਂਦੇ ਨੇ ਲੋਕ, ਉਹਨਾਂ ਇਹਦਾ ਵੀ ਬਣਵਾਇਆ ਤੇ ਉਹ ਕਹਿੰਦੇ ਕਿ ਇਹਦੇ ਟੇਵੇ ਤੇ ਹੈ ਹੀ ਨਹੀਂ ਕੁਛ, ਇਹਨੂੰ ਤੇ ਬੜਾ ਪੜ੍ਹਨਾ ਚਾਹੀਦਾ ਹੈ ਤੇ ਡਾਕਟਰ ਹੋਣੀ ਚਾਹੀਦੀ। ਹਾਂ, ਇਹ ਤੇ ਬਹੁਤ ਇਹਦੀ ਕਮਾਲ ਹੋਏਗੀ, ਇਹਦੀ ਲਾਈਫ ਤੇ ਇੰਨੀ ਰਿਚ ਹੋਣੀ ਚਾਹੀਦੀ ਹੈ ਸਭ ਕੁਛ, ਔਰ ਇਹ ਕਿਉਂ ਇਸ ਤਰ੍ਹਾਂ ਕਹਿੰਦੇ, ਸਾਨੂੰ ਤਾਂ ਸਮਝ ਨਹੀਂ ਆਉਂਦਾ। ਐਂਡ ਆਈ ਬਲੇਮ ਦ ਡਾਕਟਰਸ ਇਨ PGI when she was a small child. The way they treated her, experimented on the small child, they ruined the, you know, her ਮੈਂਟਲ ਜਿਹੜੀ ਉਹਦੀ ਹੈਲਥ ਸੀ ਨਾ ਉਹ ਡਿਸਟਰਬ ਹੋ ਗਈ ਬਿਲਕੁਲ। ਤੇ ਇਸ ਚੀਜ਼ ਨੂੰ ਸੋਚ ਕੇ ਗੁੱਸਾ ਆਉਂਦਾ ਤੁਹਾਨੂੰ? ਬੜਾ ਕ੍ਰੋਧ ਆਉਂਦਾ ਹੈ, ਬੜਾ ਕ੍ਰੋਧ ਆਉਂਦਾ ਹੈ ਮੈਨੂੰ ਤੇ ਅੱਜ ਕੱਲ੍ਹ, ਬੜਾ ਕ੍ਰੋਧ ਆਉਂਦਾ ਹੈ। I tell you, I am into politics these days. I follow every speech that Modi ji makes. I follow every speech. Now the new government has been formed, a new parliament has come, and new opposition. Opposition is so strong. And I follow Rahul Gandhi, whom everybody was mocking at. He has emerged so strong. Yeah. He totally blew off the Prime Minister the other day. the other day. And I follow it. And then I think about the stampede in Hathras. कितने लोग मर गए, अरे बेचारे, नहीं जी ये नल लगा हुआ है, इसमें से पानी पियो, कैंसर, मेरे को कैंसर था जी, वो भी मैं ठीक हो गया। Look at the people who are living such life of misery. They are paucity of funds. They are so poverty stricken. Hardly they are running after something, some miracle should happen. And these godmen and the politicians, they exploit them. And I feel very bad. I feel so angry, so angry. And I feel कि why should I all the time, say to God that
why you had given this to me, why you had given this to me. No, I'm so privileged. At this age, I have got everything. I have no problem. सेहत भी ठीक है, बच्चे भी चलो ठीक है, और I am not living a life where, you know, a woman has to be hand to mouth and live a very hard life. Many are living that. I believe any creative person, be it an actor, be it in a painter or any field of art, he has to live life. Every facet of life he has to experience, and he has to really, really reflect on it. Not that I know about the life, I know about many things, I've read many books, I'm well read and everything. No, you have to have first-hand experience of life. जी Unless and until you have suffered, unless and until you have जिंदगी में थपेड़े आपको नहीं मिले हैं, you cannot be an artist in the true sense. I believe that. और वो कंपैशन और एम्पैथी शायद वो क्रिएट ही नहीं ਹੁੰਦੇ, बिल्कुल नहीं ਉਹ होती। ਆ ਹੀ ਨਹੀਂ ਸਕਦੀ ਤੁਹਾਡੇ 'ਚ ਕੰਪੈਸ਼ਨ ਐਂਡ ਐਮਪੈਥੀ। ਐਂਡ ਕਹਿੰਦੇ ਨੇ ਕਿ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਬਿਰਹਾ ਮਤਲਬ ਪੇਨ, ਪੀੜਾ, ਜਿਹੜੀ ਜ਼ਿੰਦਗੀ ਦੇ ਵਿੱਚ ਅਸੀਂ ਰੋਂਦੇ ਆ ਕੇ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਜਿਤ ਤਨ ਬਿਰਹਾ ਨਾ ਉਪਜੇ, ਸੋ ਤਨ ਜਾਨ ਵਸਾਨ। ਜਿਸ ਤਨ ਦੇ ਵਿੱਚ ਪੀੜਾ ਹੀ ਨਹੀਂ ਹੈ, ਉਹ ਤਾਂ ਇਜ਼ ਇਕੁਅਲ ਟੂ ਬੀ ਟੇਕਨ ਟੂ ਦ ਕ੍ਰੀਮੇਸ਼ਨ ਗਰਾਊਂਡ ਐਂਡ ਬਰਨਡ। ਲੇਕਿਨ ਇੱਕ ਸਵਾਲ ਮੇਰੇ ਮਨ 'ਚ ਹਮੇਸ਼ਾ ਉੱਭਰਦਾ ਹੈ ਜਦੋਂ ਵੀ ਮੈਂ ਤੁਹਾਨੂੰ ਇੱਕ ਸਿੰਗਲ ਮਦਰ, ਸਿੰਗਲ ਵੂਮਨ ਹੈ ਨਾ, ਵਿਦ ਨੋ ਮੇਲ ਸਪੋਰਟ ਅਰਾਊਂਡ ਯੂ, ਤੁਸੀਂ ਆਪਣੇ ਆਪ ਨੂੰ ਹੈਂਡਲ ਕੀਤਾ ਹੈ, ਸੈਨਿਟੀ ਨੂੰ ਇੰਟੈਕਟ ਰੱਖਿਆ, ਇਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਅਚੀਵਮੈਂਟ ਹੈ। ਉੱਤੋਂ ਦੀ ਬੱਚੇ ਹੈ, ਸੋਨੀਆ ਦਾ ਖਾਸ ਧਿਆਨ ਰੱਖਦੇ ਹੋ ਤੁਸੀਂ। ਮੈਂ ਦੇਖਿਆ ਹੈ ਹਰ ਸੋਸ਼ਲ ਪਲੇਟਫਾਰਮ 'ਤੇ ਜਿੱਥੇ ਵੀ ਤੁਸੀਂ ਗਏ ਹੋ, ਸੋਨੀਆ ਨੂੰ ਨਾਲ ਲੈ ਕੇ ਗਏ ਹੋ। ਸੋਨੀਆ ਨੂੰ ਤੁਸੀਂ ਕਦੇ ਵੀ ਸਬਟਰੈਕਟ ਨਹੀਂ ਕੀਤਾ ਆਪਣੇ ਸਪੇਸ ਤੋਂ। ਇਹ ਸਾਰੀਆਂ ਚੀਜ਼ਾਂ ਨੇ ਤੁਹਾਨੂੰ ਐਜ਼ ਐਨ ਇੰਡੀਵਿਜੂਅਲ ਕੀ ਸਿਖਾਇਆ, ਔਰ ਸਭ ਤੋਂ ਜ਼ਿਆਦਾ ਸੋਨੀਆ ਨੂੰ ਹੈਂਡਲ ਕਰਨ 'ਚ ਤੁਸੀਂ ਕੀ ਸਿੱਖਿਆ ਹੈ ਆਪਣੇ ਬਾਰੇ ਔਰ ਇਸ ਪੂਰੀ ਸਿਚੁਏਸ਼ਨ ਬਾਰੇ? ਸੋਨੀਆ ਨੇ ਤੁਹਾਨੂੰ ਕੀ ਸਿਖਾਇਆ ਹੈ? Sonia is suffering, but she is teaching me to make me a better human. And ਕਿਹੜੀ ਕੁਆਲਿਟੀਜ਼ ਤੁਹਾਨੂੰ ਲੱਗਦਾ ਆਈਆਂ ਹੈ ਸੋਨੀਆ you ਦੇ see, ਨਾਲ there ਰਹਿਣ was 'ਤੇ? there were two options with me with regard to my children, and especially with regard to Sonia. There were two options. One option was that I put her somewhere in a rehab center and let her be there, go and meet her and do my work. All my friends, all the people who were well-meaning, knew me, they, advised ਉਹਨਾਂ me ਨੇ to do advice that. ਕੀਤੀ। So I seriously contemplated I do that. But before that, I visited each and every center in India. I've ਅੱਛਾ, not left any. I've been to each and every center, and they are so fake. Nothing is happening in there. ਇੰਜੈਕਸ਼ਨ ਲਗਾ ਦਿੰਦੇ ਨੇ, ਇਹ ਕਰ ਦਿੰਦੇ ਨੇ, ਬਸ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟ੍ਰੀਟ ਕਰਦੇ ਨੇ। I mean, there is not even a single rehab center which can be called a center where patients can be cured. No, there is no cure. There is no cure. They're just temporary measures they take, and दुकानदारियाँ बनिया हुई ने, इतना expensive है। Rehab centers are so expensive, and I mean, I take her there. She's always worse than what she is with me. when She she comes gets back. worse there. And then one doctor who is very sensible, he says that she has no ailment of the kind where you should put her in a. She has personality disorder, and she should be living with you. Then I decided she has to be with me. So I go to an auditorium to watch a play. I see vulgar people coming there. They are mouthing bad language. They are
ਯੂ نو ਚਿਪਸ ਖਾਂਦੇ ਨੇ ਵਲਗਰਲੀ, ਗੱਲ ਕਰਦੇ ਨੇ ਵਲਗਰਲੀ, ਤੁਰਦੇ ਫਿਰਦੇ ਨੇ ਵਲਗਰਲੀ, ਰਿਮਾਰਕਸ ਕਰਦੇ ਨੇ ਵਲਗਰਲੀ, ਜੀ। ਉਹਨਾਂ ਨੂੰ ਸਭ ਦੁਨੀਆ ਐਕਸੈप्ट ਕਰਦੀ ਹੈ। ਇੱਕ ਬੱਚੇ ਨੇ ਕੋਈ ਗੱਲ ਕਹਿ ਦਿੱਤੀ, ये मेरे को आंखें देख रहा, ये मेरे को गुस्से से देख रहा, she has a problem, I apologize, sorry. So then I handle her. So I've been doing that throughout. When I'm rehearsing, she's disturbing. When I'm shooting, she's understanding. Many a times, she doesn't disturb. Kadi kadi vich kar diya, kadi nahi bhi kar di. So I decided she's my child, and I'm not going to part with her. And God has given me this punishment for some reason. Somewhere, you know, I deserve this, and I have to. Whenever there is a ordeal or some punishment, you should live it fully well. And if you don't do that, then you don't get that kind of gratification that you are doing your bit, what you are supposed to be doing. So जी this is, I feel about that. जी I thought today we will talk more about theatre and other things. Sara ho gaya. कोई That's नहीं why I ऐसे- said na कि we let it sway. ਬਿਲਕੁਲ The ਠੀਕ way ਹੈ it goes doesn't ਨਹੀਂ ਮੈਮ matter. ਇਹਨਾਂ ਚੋਂ ਇਸ ਕਨਵਰਸੇਸ਼ਨ ਚੋਂ ਕਿੰਨੇ ਲੋਕਾਂ ਨੂੰ ਸ਼ਾਇਦ ਉਮੀਦ ਮਿਲ ਰਹੀ ਹੋਏਗੀ, ਹਾਂ। ਕਿੰਨੇ ਲੋਕਾਂ ਨੂੰ ਇੱਕ ਇਨਸਪੀਰੇਸ਼ਨ ਬਿਲਕੁਲ, ਮਿਲ ਰਹੀ ਬਿਲਕੁਲ। ਹੋਏਗੀ ਨਾ। Manjeet Tiwana is, you know, she's not taking my phone, and I feel so much for her. Poor thing, she has also suffered so much, and she's such a good writer. And ना अच्छा उन्हें लिखा है, और हुन भी लिख रही है, पर मैं उसके बारे में भी सोचती रहनी हूँ। I mean, there are so many like me who had very very hard life. I think जी। फिर भी हाँ जी। ਮੈਮ ਹੁਣ ਇਸ ਜ਼ਿੰਦਗੀ ਦੇ ਇਸ ਪੜਾਵ ਤੇ ਕਿੰਨੀਆਂ ਚੀਜ਼ਾਂ, ਜਿਵੇਂ ਤੁਸੀਂ ਅੱਜ ਮੈਨੂੰ ਫੋਨ ਤੇ ਦੱਸ ਰਹੇ ਸੀਗੇ ਕਿ ਬਹੁਤ ਸਾਰੀ ਡਿਸਇਲੂਜ਼ਨਮੈਂਟ ਹੈ ਇਸ ਦੁਨੀਆ ਤੋਂ ਵੀ, ਹੈ ਨਾ, ਸ਼ਿਕਾਇਤ ਹੈ ਮਨ 'ਚ, ਬੋਡੀ ਵੀ ਹੌਲੀ ਹੌਲੀ ਵੀਕ ਹੋ ਰਹੀ ਹੈ, ਸਟਰੈਂਥ ਨਹੀਂ ਹੈ, ਹੋਰ ਬਹੁਤ ਚੈਲੰਜਸ ਹੈ, ਇੰਟਰਨਲ ਐਕਸਟਰਨਲ। ਇਹ ਸਾਰੀਆਂ ਚੀਜ਼ਾਂ ਨੂੰ ਦਿਮਾਗ 'ਚ ਅਗਰ ਮੈਂ ਰੱਖਾਂ ਤਾਂ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਜਿਵੇਂ ਹਰ ਰੋਜ਼ ਸਵੇਰੇ ਉੱਠ ਕੇ ਉਹ ਕਿਹੜਾ ਐਂਥੂਜ਼ੀਆਜ਼ਮ ਆਉਂਦਾ ਤੁਹਾਨੂੰ, ਔਰ ਕਿਸ ਤਰ੍ਹਾਂ ਆਉਂਦਾ, ਕਿੱਥੋਂ ਆਉਂਦਾ ਤੁਹਾਡੇ ਹਿਸਾਬ ਨਾਲ ਕਿ ਬਈ ਮੈਂ ਕੁਝ ਕਰਾਂ? ਕੀ ਹੁੰਦਾ ਤੁਹਾਡਾ ਰੋਜ਼ ਦਾ ਇੱਕ ਸਟੇਟ ਆਫ ਮਾਈਂਡ? ਕਿਸ ਸਟੇਟ ਆਫ ਮਾਈਂਡ ਨਾਲ ਤੁਸੀਂ ਆਪਰੇਟ ਕਰ ਰਹੇ ਹੋ ਹੁਣ ਜ਼ਿੰਦਗੀ 'ਚ? ਵਾਟ ਇਜ਼ ਇਟ ਦੈਟ ਪੁਸ਼ਸ ਯੂ ਨਾਓ? You know, from the very early childhood and then my young age, all my life I'm an incorrigible, optimistic ਵਾਹ। person. And little things can make me happy. ਹਾਂ Very little things can make me happy. And I am not a person who's fastidious, who's, you know, all the time cribbing over things. No. My mother, it is all my mother's training. She made me very hard. ਕੁੜੀਆਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ, ਕੁੜੀਆਂ ਨੂੰ ਕੰਮ ਕਰਨਾ ਚਾਹੀਦਾ, ਕੁੜੀਆਂ ਨੂੰ ਜਦ ਤੱਕ ਉਹ ਨਹੀਂ ਕਰਨਗੇ ਆਪਣੀ ਲਾਈਫ ਕਿਵੇਂ ਕਰਨਗੇ? ਉਹ ਕਹਿਣਗੇ, ਸਾਰੇ ਕਹਿਣਗੇ ਮਾਂ ਨੇ ਕੁਝ ਨਹੀਂ ਸਿਖਾਇਆ, ਹਰ ਗੱਲ 'ਤੇ ਉਹ ਕਹਿਣਗੇ ਮਾਂ ਨੇ ਕੁਝ ਨਹੀਂ ਸਿਖਾਇਆ। So she would be softer to her sons and harder to me. She was a very hard taskmaster. Embroidery ਵੀ ਕਰ, ਤੂੰ cooking ਵੀ ਕਰ, ਤੂੰ ਘਰ ਵੀ ਸੰਭਾਲ, ਤੂੰ ਬੈੱਡ ਕਰ, ਤੂੰ ਇਹ ਕਰ ਉਹ ਕਰ। ਔਰ ਮੈਨੂੰ ਸਿਰਫ ਲਾਈਟ ਹੁੰਦਾ ਸੀ ਰੇਡੀਓ ਸੁਣਨਾ। ਮੈਂ ਰੇਡੀਓ ਹਰ ਵੇਲੇ, और फिर वो मैंने she would pull me out, चलो ये काम करो वो करो. So she made me very tough, my mother. So for me, you know, I've never dreamt कि मैनू life चाहिदी है very majestic with big cars, and I hate that kind of life. I hate that kind of life. मेरे ते कोई मिट्टी का घर बनया होया है और बड़ा सोहना वार्म है और उत्थे प्यार है। मैं वो ड्रीम किया हमेशा। ਪਿਆਰ मैं कदे ड्रीम नहीं किया कि बड़े बड़े महलों दे विच जिस तरह के, और जी मैं आजकल तो कुड़ियां दा है कि भी आई नो दोज ऑल plastic dreams which going abroad, wearing the, you know, expensive, ये expensive, मेरे बच्चा नू है, मेरी बेटी नू है। तो मैं कहनी यार तू की है तो
मैं 50,000 ਦਾ ਪਰਸ ਖਰੀਦ ਕੇ ਲਿਆਈ ਹਾਂ ਜਾਂ ਮੈਂ 1 ਲੱਖ ਦਾ ਪਰਸ ਖਰੀਦ ਕੇ ਲਿਆਈ ਹਾਂ, ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨੂੰ ਕੀ ਇਹਦੇ 'ਚ ਜੋਏ ਮਿਲਦਾ ਹਾਂ ਹੈ। ਇੱਕ ਸੋਹਣਾ ਪਰਸ ਕੋ ਸਸਤਾ ਵੀ ਹੋ ਸਕਦਾ ਹੈ ਨਾ। ਮੇਰਾ ਹੈ। ਔਰ ਮੇਰੇ ਖਾਣੇ ਦੇ ਵਿੱਚ ਮਿੱਸੀ ਰੋਟੀ ਮਿਲ ਜਾਏ, ਸਿਰਫ ਉਹਦੇ ਨਾਲ ਲੱਸੀ ਹੋਏ, ਜੋ ਮੈਂ ਉਹਨੂੰ ਇੰਜੋਏ ਕਰਨੀ ਆ, ਮੈਂ 10 ਤਰ੍ਹਾਂ ਦੇ ਪਦਾਰਥ ਸਾਹਮਣੇ ਰੱਖ ਦੂੰ, ਆਈ ਡੋਂਟ ਇੰਜੋਏ। ਸੱਚ ਹੈ। ਇਹਨੂੰ ਬੜਾ ਸ਼ੌਕ ਹੈ ਤੰਦੂਰੀ ਚਿਕਨ ਐਂਡ ਉਸ ਤਰ੍ਹਾਂ ਦਾ ਮਸਾਲੇਦਾਰ ਚਿਕਨ ਐਂਡ ਆਲ, ਉਹ ਮੈਂ ਬਣਾ ਵੀ ਦਿੰਦੀ ਹਾਂ, ਮੰਗਵਾ ਵੀ ਦਿੰਦੀ ਹਾਂ। ਐਂਡ ਇਹਦੇ ਨਾਲ ਥੋੜ੍ਹਾ ਜਿਹਾ ਮੈਂ ਉਹਦੀ ਤਰੀ ਜੀ ਲੈ ਕੇ ਸਾਥ ਦੇ ਦਿੰਦੀ ਹਾਂ। I like simple food. I relish it so much. Simple खाना। ऐस करके I think God has been very, very kind to me, that in spite of these hardships that I have gone through, and it's been traumatic experiences that I have gone through, and yet there was strength to survive. ਅੱਛਾ ਮੈਮ, ਤੁਸੀਂ ਕਹਿ ਰਹੇ ਸੀਗੇ ਅਸੀਂ ਥੀਏਟਰ ਦੀ ਗੱਲ ਰਹਿ ਗਈ ਵਿੱਚ ਹੀ, ਮੈਂ ਥੋੜੇ ਜਿਹੇ ਕੁਐਸਚਨਸ ਉਹਦੇ ਰਿਲੇਟਡ ਵੀ ਪੁੱਛੂੰਗੀ। ਜ਼ੋਰਾ ਸਹਿਗਲ, ਸ਼ਿਵਾਨਾ ਆਜ਼ਮੀ, ਸ਼ੌਕਤ ਆਜ਼ਮੀ, ਕੈਫੀ ਆਜ਼ਮੀ, ਜਿਹੜੇ ਲੈਜੈਂਡਸ ਹੈ ਆਪਣੀ ਆਪਣੀ ਫੀਲਡਸ ਵਿੱਚ। ਫਿਰ ਆਪਣੇ ਲੋਕਲ ਐਕਟਰਸ ਅਨੁਪਮ ਖੇਰ, ਕਿਰਨ ਖੇਰ, ਮੀਤਾ ਵਸ਼ਿਸ਼ਟ, ਮੰਗਲ ਢਿੱਲੋਂ, ਔਰ ਹੋਰ ਵੀ ਓਮਪੁਰੀ, ਨਸੀਰੁਦੀਨ ਸ਼ਾਹ, ਤੁਸੀਂ ਤਾਂ ਇਹਨਾਂ ਨਾਲ ਉੱਠੇ ਬੈਠੇ ਹੋ। ਇਹ ਜਿਹੜੀ ਸਾਰੀ ਜਨਰੇਸ਼ਨ ਸੀ ਲੋਕਾਂ ਦੀ ਔਰ ਐਕਟਰਸ ਦੀ, ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਐਂਡ ਵਾਟ ਡੂ ਯੂ ਥਿੰਕ have you learned or absorbed from interacting with these people? ਤੇ ਇਹਨਾਂ ਬਾਰੇ ਕੋਈ anecdotes ਹੋਣ ਇੰਟਰਸਟਿੰਗ, ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ। Zora Sehgal played my mother in Mirza Sahiba. Acha. Mirza Sahiba, when it was the production of World Folk Theatre workshop organized by UNESCO, then Zora Sehgal was there. And Zora Sehgal, each one, you have named so many people, and each one is a unique life and a unique artist, which cannot be, explained in one breath or one go. So, Zora ji, what a versatile actor. Yeah. And what a zinda dil aurat. I know. Abhi to main jawan hu. So, Zora ji, I used to love her, and I acted with her, and I always told myself, I want to grow up like Zora ji. Achha. I want to keep on acting like Zora ji. Zora ji, I just want to be like you. So she taught me so much, because she was such an fiercely independent woman. Yeah. And nobody could touch her, और इतने मजाकिया कि स्टूडेंट्स सारे उन्होंने दे नाल वो भी हसते, उन्होंने कहानियाँ सुनाते, गल्लां करते। Her husband was, I think, 20 years junior to her. अच्छा। हाँ, ते वो बच्चे आंदे ते बच्चों कोई मुंडा आंदा, ज़ोरा जी तुसी हाले भी बड़े सोने हो। ते ऐसा किसी ने किया, कहने beware of me, I'm very fond of young boys. So she was unique. And Nasiruddin Shah, when it was said that who was the playwright who wrote Death of a Salesman, if that playwright was not there, there wouldn't be anything great to boast about in American theatre. And I think if we didn't have Nasiruddin Shah and Manohar Singh, we had very little to boast about in Hindi cinema. In Indian acting, in the field of acting. And cinema de vich Manohar Singh did not make it, but Nasir was very successful. And what an actor, my God. And so unassuming, so modest. And so was Manohar Singh. और उन मेरे मीता वशिष्ठ is working soon. I'm so proud of her. I think she won an award at Cannes also. उन्हें recently कुछ उन्हें film आई है. She's doing such good work, and I'm so proud of her. And
Who else you talked about? किरण खेर, Kiran अनुपम Kher. खेर. Anupam तो क्या बात है. Anupam was my student and Kiran passed out when I joined. She was senior to Anupam. Anupam was student for a year. He played Kamu Baman in my directorial venture of Mirza Sahiba. When I did Mirza Sahiba in Khuda Lohara, ਪਿੰਡ ਦੇ ਵਿੱਚ ਜਾ ਕੇ ਕੀਤਾ ਸੀ. ਉਹਦੇ ਵਿੱਚ ਅਨੁਪਮ Kamu Baman ਸੀ. So Anupam, you know, when he came to the department, and skinny ja, bilkul gora ja, kungrale wal, or he was an introvert, and he would not mix up with people or indulge in any kind of activity, extracurricular, like going out, going to the coffee shop or anything. He would be all the time. Seriously, his intent was to learn acting. किताबां पढ़दा सी, काम करदा सी, मेहनत करदा सी. He was always hand to mouth. स्कॉलरशिप मिलदा सी, खत्म हो जांदा सी. फिर ਉਹ ਕੋਈ ਧੋਬਨ ਦੀ ਕਹਾਣੀ ਹੈ ਕਿ ਉਹਦੇ ਪੈਸੇ ਲੈਣ ਆਈ, ਤੈਨੂੰ ਸਕॉलरशिप ਮਿਲਿਆ, ਉਹਨੂੰ ਪਤਾ ਲੱਗ ਗਿਆ ਇਹ ਬਾਰੀ ਤੋਂ ਟੱਪ ਕੇ ਚਲਾ ਗਿਆ. ਐਨੀਵੇ ਇਟਸ ਆਲ ਹਿਜ਼ ਓਨ, ਉੱਥੇ ਕੋਈ ਇਹਦਾ ਗॉडफादर नहीं सी. बॉम्बे पूरी ਉਹਨਾਂ ਦੀ industry ਅਚੀਵਮੈਂਟ ਦੇ ਆਪਣੀ ਵਿੱਚ ਹੈ. अपनी बिल्कुल achievement सही. and such a versatile actor. What बिल्कुल. और आई हैव, मुझे गांधी ने, मैंने गांधी को नहीं मारा, वो फिल्म आई रेट इट एज वन ऑफ द मोस्ट आउटस्टैंडिंग फिल्म्स ऑफ सही हिज. है. देखिए, मैंने गांधी को नहीं मारा, ਬਹੁਤ ਪਹਿਲੇ. बहुत अच्छी फिल्म. ਬਹੁਤ ਅੱਛੀ ਫਿਲਮ ਹੈ. ਤੁਸੀਂ ਇੰਨੇ ਐਕਟਰਸ ਨੂੰ, ਤੁਸੀਂ ਖੁਦ ਥੀਏਟਰ ਪੜ੍ਹਿਆ ਹੈ, ਖੁਦ ਐਕਟਿੰਗ ਕੀਤੀ ਹੈ, ਔਰ ਇੰਨੇ ਐਕਟਰਸ ਨੂੰ ਤੁਸੀਂ ਡਾਇਰੈਕਟ ਕੀਤਾ ਹੈ. ਅੱਜ ਤੁਹਾਡੇ ਤੋਂ ਕੋਈ ਪੁੱਛੇ ਕਿ ਇੱਕ ਅੱਛੀ ਅਦਾਕਾਰੀ ਕੀ ਹੁੰਦੀ ਹੈ ਔਰ ਇੱਕ ਅੱਛਾ ਅਦਾਕਾਰ ਕੀ ਹੁੰਦਾ ਹੈ, ਕੀ ਕਹੋਗੇ ਤੁਸੀਂ ਇਸ ਬਾਰੇ? You know, so many things, so many abilities go into making a good actor. Ji. Good actor is not that he knows the grammar of acting. He knows knows the method of Stanislavski, and he has, kind of immersed into it and doing well. No, the great actor is like total dedication, total ability to surrender to a concept. It's a very complex kind of a process when an actor builds an actor. Now, I would go into our mythical sayings that Brahma created the universe. Brahma dismembered himself and then created the universe. I believe the process of an actor is also similar. The actor dismembers, totally dismembers, and not only himself, he dismembers the character also that he is playing. जी. And slowly, slowly, he builds a character. I say, like God must have had an idea and he created a human. And I say, one day the human had an idea and he created life on the stage. Yeah. So, creating a life on stage is not so easy. You have to be well read. You have to be well read, you have to be well experienced, you have to see the best of actors in the world, see their art, and people become actors without doing any hard work on the grammar of acting. So I believe the process of acting is you have to have the capacity to, first of all, adorn yourself, your voice, your body, your features, your heart. Everything is not in your control. This is the basic thing I teach my students. They are mercurial. ये मरकरी की तरह हैं, आप उनको पकड़ते हो, भागता है. लेकिन
When you go into the concrete facts of an actor or a character, you go into that, you understand that the person physically how he sits, physically how he moves, physically how he looks. So you start working on that, while you are working on that, and in the process, the emotion of that character, the psyche of that character also comes to you, Yeah. starts coming to you, है ना? So the process is very complex, and you have to train first of all your body and mind to go into that process and then create a जी character. जी So actor's art is not easy. I've seen actors all their life they have not known acting. हम्म They do not know even ABC of acting, but they've been actors, you know. And there are actors who are so robust, so well trained, and well, that is so outstanding. But very few recognize them. Very few recognize सच है them, सच and all their lives they've been keeping their art to their next to their heart and hoping for recognition. And it's very tragic. In the film industry, it is like that. जी But if you have good looks, then you can become an actor. and that's not good enough for people That's like not us. good enough to be an actor. That's Actor right. has to be. That's right. अच्छा मैम बस आखिरी 2 सवाल ਇਸ ਟਾਈਮ 'ਚ ਤੁਹਾਡੀ ਵਿਸ਼ ਲਿਸਟ ਵਿੱਚ ਕੀ ਹੈ ਤੁਸੀਂ ਅੱਜ ਦੀ ਡੇਟ ਵਿੱਚ ਹੋਰ ਕੀ ਕਰਨਾ ਚਾਹੁੰਦੇ ਹੋ ਕੀ ਅਚੀਵ ਕਰਨਾ ਚਾਹੁੰਦੇ ਹੋ ਆਪਣੇ ਵਾਸਤੇ ਭਾਵੇਂ ਉਹ ਵਰਲਡ ਲੈਵਲ ਤੇ ਹੋਏ ਜਾਂ ਮਤਲਬ ਪ੍ਰੋਫੈਸ਼ਨਲੀ ਹੋਵੇ ਜਾਂ ਪਰਸਨਲੀ ਜਾਂ ਸਪਿਰਿਚੁਅਲੀ As stage of my life, most of my attention, my focus is going to my daughter. ਜੀ What will happen to her if I'm no more? Okay? That, whenever I confront that fact, it devastates me. It is devastating, you know. And then I go again to my Gurbani, and I pray and pray and pray hard that please don't leave her alone without me. She should be self-reliant. She should be able to live life on her own. And if she can be having a companion and किसी तरीके से कोई ऑक्यूपेशन, कोई काम कुछ करे जो वो करती नहीं है. सो ये जद्दोजहद में मेरा दिन रात को भी कई बार मिडल ऑफ द नाइट आई गेट अप एंड आई क्राई अ लॉट एंड आई प्रे एंड क्राई अ लॉट कि डोंट डू दैट एंड give her happiness, give her something to hold on to. सो एक तो ये मेरा रहता है. दूसरा, मेरे कुछ काम पेंडिंग पड़े हैं, जैसे कि मैंने किताबें शुरू की हुई हैं. थिएटर की किताब है एक, वो जाने कहाँ गए वो दिन, गॉन आर द डेज, उसको मैं अंग्रेज़ी में ही लिख रही हूँ. वो पूरा हो जाए. आई एम राइटिंग ए बुक ऑन माई चाइल्ड ऑल्सो, माई relationship and the experience, the life with her. वो उसे भी लिख रही हूँ. And I'm praying that I should be able to complete that. And there was a time when I was singing. Singing was my life. Singing was, used to resonate in my whole being. Now the voice doesn't come to me, and I pray for the last few years, give back my voice. I have kept my Tanpura here. This is the Tanpura from the very beginning when I joined as a student in GCG, Government College for Girls. वो तब का है, रिखी राम का ये तानपुरा है, एंड स्टिल विद मी. सो मैंने रखा है कि मेरे को रिमाइंड करे. मैं सिर्फ पेटी रोज़ खोलती हूँ, मैं रोज़ ओम की करती हूँ कि ये भी करे. सो these are the things I'm working on, and but I'm very relaxed, I'm very complacent. I'm not, मैंने कभी भी ज़िंदगी में ना वो दौड़ नहीं लगाई. दौड़ में इससे कॉम्पिटिट करना है. मेरे को कभी किसी से जेलसी नहीं हुई ज़िंदगी में, कभी नहीं हुआ कि मैं भी ये कर लूँ, मैं भी वो कर लूँ, मैं भी वहाँ पहुँच जाऊँ.
नो, मेरे को कभी हुआ ही नहीं। मेरे को ये है कि whatever I can do in my capacity, when I'm in my sane capacity, in my creative capacity, whatever I can do, I'll do it, and that gives me joy, है ना? So you do everything for your joy. You do not do things to, you know, show to people, limelight में आ जाना, अखबारों में कर, इसका ठीक है, एक छोटी सी खुशी तो मिलती है। जबकि ये इन्होंने मुझे पंजाब गौरव सम्मान दिया, एंड आई वाज वेरी एक्साइटेड कि एट दिस एज, देखो मैं तो आई वाज फीलिंग दैट आई एम लॉस्ट एंड पीपल डोंट इवन रिमेंबर मी। तो उन्होंने ये दिया, तो कुछ भी नहीं छपा, किसी अखबार में नहीं आया, क्योंकि आप सरकार से मिला था। अच्छा। हाँ, एंड इज नॉट दैट आई वाज सो डिसइल्यूजन, कुछ भी नहीं छपा। आप न्यूज़ चैनल खोलते हो, न्यूज़ ही नहीं कोई आता, मोदी 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 मोदी, कोई न्यूज़, कोई सच्चाई, किसने क्या कहा, ना उसकी शक्ल दिखाते हैं, ना वो क्या कह रहा है वो दिखाते हैं। NDTV, आई यूज्ड टू बी सो फॉन्ड ऑफ NDTV, और वो रविश कुमार जो थे उनको भी मैं रेगुलरली फॉलो करती थी। वो भी, उन्होंने उसको हटाने के लिए NDTV इन्होंने बाय कर लिया, NDTV बाय कर ली, जजेस को बाय कर लिया, हर इंस्टीट्यूशन को ख़त्म कर रहे हैं। और वो इंडिया हेरिटेज सेंटर, उसको भी, उसकी सारी कमेटी को बदल दिया, हर जगह अपने बंदे लगाए जा रहे हैं, और वो अजीब अजीब सी बातें करते हैं। NST में भी लगा दिया, NST में भी अजीब बातें होने लगी। So all over, I felt this country is not worth living anymore, you know. There is no debate, there is no dissent, there is no opposition. I mean, and then I hated the idea of demolishing Babri Masjid. कैफी आज़मी की वो नज़म है, दूसरा बनवास, राम बनवास से जब लौट के घर में आए, याद जंगल बहुत आया जो नगर में आए, रक्स दीवानगी आंगन में जो देखा होगा, 6 दिसंबर को श्री राम ने सोचा होगा, इतने दीवाने कहाँ से मेरे घर में आए। जगमगाते थे जहाँ राम के कदमों के निशान, प्यार की कहकशां लेती थी अंगड़ाई जहाँ, मोड़ नफरत के उसी राह गुजर में आए। अरे क्या बात, क्या बात। और हमारी गंगा जमनी हमारी तहजीब है। अरे मुसलमानों ने इतना लिटरेचर लिखा है। खड़े होके वो ओवासी है ना, पार्लियामेंट में खड़ा होके कहने लगा, राम जी मेरे भी हैं, मैं भी राम जी की आराधना करता हूँ। है तो एक खड़ी होके कहती है बीजेपी के, तुमको करना ही पड़ेगा। अरे भाई, वो प्यार से कह रहा है कि मैं उनकी आराधना करता हूँ, मैं सच में मानता हूँ, तो तुम कह रहे हो तुमको करना ही पड़ेगा, कि डंडा मारेंगे नहीं करोगे तो। ओह गॉड, सचमुच। हाँ, सो ये चीज़ें डिस्टर्ब करती हैं। things were so disturbing, so disturbing. सच है। But let's see, now they might come round. बाकी कोई स्कीम्स बहुत अच्छी हैं मोदी की, कई बातें तो उसकी काफ़ी अच्छी हैं, मैं अप्रिशिएट भी करती हूँ। लेकिन ये जो है ना कट्टरवाद, इसको बिल्कुल मैं नफरत करती हूँ। बिकॉज वी हैव so many friends, you know, so many friends who are Christians, Muslims. Shabana is so dear to me. She's like a younger sister, or you know. और कैफी साहब तो इतने प्यारे थे, मतलब हमारे बिल्कुल ऐसे हो गए थे कि जैसे हमारे परिवार के ही हैं वो जी। तो इन चीज़ों को देखते हुए हाउ कैन वी हेट देम, बिल्कुल हाउ कैन वी घुसपैठिए उनको, कहेंगे घर से निकल जाए। ये नफरत लोकां दे दिलां च नहीं है, ये नफरत किसी होर पासे है। हाँ, ये नफरत लोकां च नहीं है, लोकां बिल्कुल नहीं है। और इतने ऐसे ऐसे अश्लील शब्द इस्तेमाल किए ने प्राइम मिनिस्टर ने। अच्छा, वो प्रियंका उधर गई है अमेठी में, जा गई है मुजरा करने के लिए। ओह गॉड, दीज वर्ड्स यूज्ड बाय द प्राइम मिनिस्टर इन द कैंपेनिंग। और मैं देखती हूँ कि वो एक्सपंज हो जाते हैं, सारे न्यूज़पेपर उसको नहीं छापते, सारे सोल्ड आउट टू हिम। गालिब का शेर है, क्या वो नमरूद की खुदाई थी, नमरूद हुआ है ना जो जिसने अपने आप को कहा कि मैं खुदा हूँ, क्या वो नमरूद की खुदाई थी, बंदगी में मेरा भला ना हुआ,
मैं ना अच्छा हुआ बुरा ना हुआ, उनकी नज़म है ना गालिब Right. की, हाँ जी। उसमें हाँ, अभी भूल रही हूँ। ਐਨੀਵੇਜ਼ ਮੈਮ ਜਾਣ ਤੋਂ ਪਹਿਲਾਂ ਚਾਹੇ ਕੁਝ ਵੀ ਛੋਟਾ ਮੋਟਾ ਅਗਰ ਤੁਸੀਂ ਗਾ ਸਕਦੇ ਹੋ ਹਾਏ ਮੈਂ ਤੇ ਯਰਨ ਕਰਨੀ ਆ ਗਾਣ ਨੂੰ, ਇਹ ਵਾਹਿਗੁਰੂ ਮੈਨੂੰ ਆਵਾਜ਼ ਦੇ ਦਿਓ। ਹਾਂ ਮੈਂ ਥੋੜਾ ਜਿਹਾ ਨਾ ਕਲਾਸੀਕਲ ਲਗਾਨੀ ਕੁਛ ਆਵਾਜ਼ ਵੀ। ਉਹਦੇ ਨਾਲ। ਹਾਂ ਕਾਂਕਰੀਆ ਜਿਨ ਮਾਰੂ ਲੰਗਰ ਕਾਂਕਰੀਆ जिन मारू न मुरे अंगुआ लागी जाए लंगर कांकरिया जिन मारू लंगर। मैं ना ऐसा हुआ कि मैं भूल ही बहुत गई कि मैं खूबसूरत है किस मैम। बेस से गाती होती थी, हाँ तो उसको और ही बेस में गाने लगी, उससे मेरी आवाज़ गई है। हाड़ा जिते सवालियो हाड़ा जे कामा वालियो हुस्ना तेश्का वालियो जावो ले आवो मोड़ के विश्वास दा इक जातरू जिथे भी किधरे तुर गया वीड़े साडी धरत दे तारीख टूणा कर गई। नफरत दी वाह। मौली बन के लहुआं दी गागर तर गई, वो साथियो वो बेलियो तहजीब जुंदी मर गई। मैं बाबा आमते आए सन उन्होंने दे नाल मैं पूरे पंजाब विच गाया। अच्छा। गए उस ਟੈਰਰਿਜ਼ਮ ਨੂੰ ਕਵ ਕਰਨ ਦੇ ਵਿੱਚ ਨਾਲ ਕ੍ਰਿਸ਼ਨ ਕਾਂਤ ਜੀ ਸਨ, ਜਿਹੜੇ ਬਾਅਦ ਵਿੱਚ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਬਣੇ ਸਨ। ਜੀ। ਹੀ ਵਾਜ਼ ਆਲਸੋ ਵੈਰੀ ਕਲੋਜ਼ ਫਰੈਂਡ। ਅਤੇ ਐਵੇਂ ਗਾਇਆ ਸਾਰੇ ਕਹਿਣ। ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਲ ਮੈਂ ਗਾਈ ਹੈ। ਡਾਕਟਰ ਵੀ ਐਨ ਤਿਵਾੜੀ ਵਾਜ਼ ਲਾਈਕ ਏ ਬ੍ਰਦਰ ਟੂ ਮੀ, ਮਨੀਸ਼ ਤਿਵਾੜੀ ਦੇ ਫਾਦਰ। ਜੀ। ਅਤੇ ਜਵਾਹਰ ਲਾਲ ਨਹਿਰੂ ਫਾਊਂਡੇਸ਼ਨ ਇੱਥੇ ਉਹਨਾਂ ਨੇ ਜ਼ਮੀਨ ਵੀ ਲੈ ਲਈ ਸੀ, ਕ੍ਰੀਏਟ ਕੀਤੀ ਸੀ, ਫਿਰ ਵਿੱਚੋਂ ਰਹਿ ਗਈ। ਅਤੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ, ਸੰਜੇ ਗਾਂਧੀ all had come for the inauguration, ਔਰ ਟੈਗੋਰ ਥੀਏਟਰ ਵਿੱਚ ਸੀ ਫੰਕਸ਼ਨ। ਅਤੇ ਮੈਂ ਪੰਡਿਤ ਜਵਾਹਰ ਲਾਲ ਨਹਿਰੂ ਦੀ ਵਿਲ ਗਾਈ ਵਿਦਾਊਟ ਐਨੀ ਇੰਸਟਰੂਮੈਂਟ, ਵਿਦਾਊਟ ਐਨੀ। ਤੁਹਾਨੂੰ ਯਾਦ ਹੈ? ਹਾਂ, ਔਰ ਇੰਦਰਾ ਗਾਂਧੀ ਮੇਰੇ ਵੱਲ ਐਨ ਦੇਖੀ ਜਾ ਰਹੇ, ਦੇਖੀ ਇੰਨੇ ਪਿਆਰ ਨਾਲ, ਔਰ ਬੜੀ ਕਮਾਲ ਦੀ ਆਵਾਜ਼ ਮੇਰੀ ਨਿਕਲਦੀ ਸੀ। ਮੈਨੂੰ ਇੰਨਾ ਕੌਨਫੀਡੈਂਸ ਮਿਲਦਾ ਸੀ ਕਿ ਹੁਣ ਕੀ ਹੋਇਆ ਕਿ ਰੋ ਰੋ ਕੇ ਧੋ ਕੇ ਡਿਪਰੈਸ਼ਨ, ਨੋ ਡਿਪਰੈਸ਼ਨ, ਕੋਸ਼ਿਸ਼ ਨਹੀਂ, ਬੰਦਾ ਫਲੋਟ ਕਰਦਾ ਡੁੱਬਦਾ ਉੱਭਰਦਾ ਡੁੱਬਦਾ ਉੱਭਰਦਾ, ਉਹਦੇ ਨਾਲ ਨਾ ਆਵਾਜ਼ 'ਤੇ ਵੀ ਅਸਰ ਹੋ ਗਿਆ। ਪਰ ਮੈਮ ਆਵਾਜ਼ ਤੁਹਾਡੀ ਹੁਣੇ ਵੀ ਬਹੁਤ ਮੈਂ ਕਰਾਂਗੀ ਰਿਆਜ਼, ਮੈਂ ਰਿਆਜ਼ ਕਰਾਂਗੀ, ਮੈਂ ਤੁਹਾਨੂੰ ਗਾ ਕੇ ਦਿਖਾਵਾਂਗੀ। ਮੈਂ ਗਾ ਕੇ ਦਿਖਾਵਾਂਗੀ, ਮੇਰੀ ਸੋਨੀਆ ਵੀ ਗਾਏਗੀ, ਅਸੀਂ ਦੋਵੇਂ ਗਾਵਾਂਗੇ, ਅਸੀਂ ਦੋਵੇਂ ਮਦਰ ਐਂਡ ਡਾਟਰ ਲਾਂਚ ਹੋਵਾਂਗੇ ਫਿਰ ਤੋਂ, ਤੁਸੀਂ ਦੇਖਣਾ। ਬਿਲਕੁਲ, ਆਮੀਨ ਟੂ ਦੈਟ ਮੈਮ। ਤੇ ਮੈਮ ਅਸੀਂ ਉਮੀਦ ਕਰਦੇ ਹਾਂ ਕਿ ਸਿਹਤਾਂ ਬਹੁਤ ਸੋਹਣੀਆਂ ਰਹਿਣ ਔਰ ਤੁਹਾਡੀ ਆਵਾਜ਼ ਹੋਰ ਬੁਲੰਦ ਹੋਵੇ। ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਤੁਹਾਡੇ ਅੰਦਰ ਜੋ ਵੀ ਇੱਛਾ ਹੈ, ਉਹ ਸਾਰੀਆਂ ਪੂਰੀਆਂ ਹੋਣ। ਤੁਹਾਨੂੰ ਰੱਬ ਬਹੁਤ ਸਿਹਤ ਔਰ ਬਹੁਤ ਸੋਹਣਾ ਟਾਈਮ। ਵਨੀਸਾ ਰੈਡਗ੍ਰੇਵ is a great American actress. ਜੀ। who's older than me and she's still performing in America. So isn't that an inspiration? People go to see her. Absolutely. She's so dynamic. I've seen her. I've seen the years of miracle happening ਕੁਛ ਇਸ ਤਰ੍ਹਾਂ ਦੀ ਹੈ ਉਹਨਾਂ ਦੀ। ਇੱਕ ਕੋਈ ਛੋਟਾ ਨਾਵਲੇਟ ਹੈ, ਉਹਦੇ ਉੱਤੇ ਬੇਸਡ ਹੈ, ਕਮਾਲ ਦੀ ਪਰਫਾਰਮੈਂਸ। I've seen her. Great. And I want to be like her. I want to be performing. I want to be singing. I want to be on the stage. I yearn to do that. And I want to act in films also. Wow. ਕੋਈ ਵੀ। ਮੈਮ ਇਹ ਆਪਣੇ ਆਪ 'ਚ ਦੇਖੋ ਕਿੰਨੀ ਸੋਹਣੀ ਚੀਜ਼ ਹੈ ਕਿ ਤੁਸੀਂ ਡਿਸਪਾਈਟ ਆਲ ਅਪਸ ਐਂਡ ਡਾਊਨਸ ਅੱਜ ਵੀ ਤੁਹਾਡੇ 'ਚ ਇੰਨੀ ਹਿੰਮਤ ਹੈ, ਤੁਹਾਡੇ 'ਚ ਇੰਨੀ ਇੰਸਪੀਰੇਸ਼ਨ ਹੈ
ਕਿ ਤੁਸੀਂ ਇੱਕ ਬੱਚਿਆਂ ਵਾਂਗ ਯੂ نو ਤੁਹਾਡੇ ਅੰਦਰ ਉਹ ਪੈਸ਼ਨ ਹੈ ਕਿ ਬਈ ਮੈਂ ਆ ਵੀ ਕਰਨਾ ਰੱਬ ਤੁਹਾਡੀ ਸਾਰੀਆਂ ਇੱਛਾਵਾਂ ਪੂਰੀ ਕਰੇ। ਥੈਂਕ ਯੂ ਸੋ ਮਚ ਮੈਮ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ। ਹਮੇਸ਼ਾ ਮੇਰੇ ਵੀ ਗੁਬਾਰ ਮੇਰੇ ਨਿਕਲ ਗਏ ਨੇ ਗੱਲ ਕਰਕੇ। ਥੈਂਕ ਯੂ ਸੋ ਮਚ ਮੈਮ। Thank you beta, thank you so much. Well, you are such a dear soul, you are such a dear friend, छोटी अजीज बेटी वर्गी friend है, and I've never forgotten you, I always remembered you। कितनी देर विच हो जाती उसी मिलते नहीं गल नहीं करते, but you always remain a very very dear, very close थैंक यू मैम। और मेरे लिए मैम ਮੈਨੂੰ ਲੱਗਦਾ ਹੈ ਇਸ ਸ਼ਹਿਰ ਦੇ ਕੁਝ ਚਿਹਰੇ ਹੈ, ਉਹਨਾਂ ਚਿਹਰਿਆਂ 'ਚੋਂ ਤੁਸੀਂ ਇੱਕ ਬਹੁਤ ਅਹਿਮ ਚਿਹਰਾ ਹੋ। Thank you so much, thank you beta, thank you, such a beautiful girl saying that it means a lot to me। Thank you so much ma'am। Thank you। Da 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 da